सिर मांगो दाली, मोको दोनों वक्त जवाली। खाट मांगो चौपाई, सिरहाना अवरत लाई। ऊपर को मांगो खींदा, तेरी भगत करे जन थींदा। मैं नाही कीता लबो, एक नाम तेरा मैं फबो। कह कबीर मन मानिया, मन मानिया तो हर जानिया। कह कबीर मन मानिया, मन मानिया तो हर जानिया। वाहिगुरु जी का खालसा, वाहिगुरु जी की फतेह। गुरु ग्रंथ साहिब सच्चे पातशाह जी की पावन पवित्र हजूरी दे अंदर जुड़ बैठे सत संगी जनों, बहुत ही वड्डे भागां वाले हाँ। अंमृत वेले तो गुरु चरनां दे विच जुड़न दा सुभाग प्राप्त होया। नवें साल की आरंभता हुई ते रात के टाइम भी बहुत भारी गिणती दे विच संगतां ने हाजरियां भरियां। बड़ा उत्साह सी संगतां दे अंदर ते हर एक संगत दे विचों वीर ने भैन ने बहुत सोहने ढंग दे नाल शरधा भावना दे नाल सेवा निभाई। दिन चढ़िया ऐतवार का दिन ते नवें साल का आरंभ वाला अज ऐतवार संडे। पहला दीवान साडे सैकटरी साहब सरदार मलकीत सिंह जी भी समूह संगतां नूं वधाई दे के गए भी ये चढ़िया होया साल सुखां भरिया बतीत होवे। गुरु साहब समूह परिवारां दे सिर ते मेहर भरिया हथ रखण। आओ हुण आपां विचार करिए भी सानू की करना चाहिए, क्योंकि समय की वंड मैं राती भी बेनती की भई ये मनुख ने कीती ते आपो अपने ढंग दे नाल कीती गई, आपो अपने धर्मां दे मुताबक कीती गई। ये जिहड़ा ईसवी सानिया ईसाईयत धर्म के मुताबक आरंभ होया। ईसा जी के जन्म तो ये मनते आ ते गल इन्नी आ भी इन्हां लोकां ने वर्ल्ड दे विच ये गल जिहड़ी बड़ी फेमस कर दिती ते दुनिया के लोकां ने इस सन नूं प्रवान कर लिया। नहीं तो भारत दे विच पहलां बिकमराजीत ते नां दे उत्ते सम्मत चलदा सी। उस तो बाद अज आपां भी इसे सन नूं ही मनाउण दा यतन करदे हां। जदों गुरु नानक पातशाह का प्रकाश होया, साडे धर्म दे विच नानक शाही कैलेंडर तो साल शुरू होया ते जिहड़ा सिखां दे धर्म दे मुताबक साल आ वो अजे चेत दे महीने च आरंभ होना। उदों भी विचार करांगे आपां। इसे तरह मुसलमान इस्लाम धर्म दे विच उन्हां दा साल उन्हां दे रहबर तो शुरू होवेगा। साडा सम्मत गुरु नानक पातशाह तो खालसा दा साजना दिवस, खालसा दे साजना दिवस तो भी असी सम्मत जिहड़ा वो मनाउने आ। इसे तरह ये समा लंघदा जा रहा। समय की वंड मनुख ने कीती ते कोशिश की हर एक धर्म के लोकां ने
ਵੀ ਸਾਡੇ ਧਰਮ ਤੋਂ ਹਰ ਇੱਕ ਬੰਦਾ ਜਾਣੂ ਹੋਵੇ। ਕੋਸ਼ਿਸ਼ ਹੁੰਦੀ ਆ ਹਰ ਇੱਕ ਬੰਦੇ ਦੀ ਵੀ ਜਿਹੜਾ ਮੇਰਾ ਧਰਮ ਆ, ਹਰ ਇੱਕ ਬੰਦੇ ਨੂੰ ਆਪਣਾ ਧਰਮ ਬਹੁਤ ਪਿਆਰਾ ਹੁੰਦਾ ਅਤੇ ਧਰਮ ਦੇ ਲੋਕ ਬਹੁਤ ਪਿਆਰੇ ਹੁੰਦੇ ਆ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਸਿੱਖ ਧਰਮ ਦੀ ਨੀਂਹ ਰੱਖੀ ਨਾ, ਇਹ ਧਰਮ ਬੜਾ ਪਿਆਰਾ ਧਰਮ ਸੀ ਔਰ ਇਸ ਧਰਮ ਨੂੰ ਪਿਆਰ ਕਰਨ ਵਾਲਿਆਂ ਨੇ ਵੀ ਕਦੇ ਧਰਮ ਦੇ ਨਾਲ ਗਦਾਰੀ ਨਹੀਂ ਕੀਤੀ, ਕਦੇ ਧਰਮ ਦੇ ਨਾਲ ਉਹਨਾਂ ਨੇ ਛੇੜਛਾੜ ਨਹੀਂ ਕੀਤੀ, ਨਾ ਕਦੇ ਉਹਨਾਂ ਨੇ ਇਹੋ ਜਿਹਾ ਕੰਮ ਹੀ ਕੀਤਾ ਜਿਹਦੇ ਨਾਲ ਕਿਤੇ ਧਰਮ ਦੇ ਵਿੱਚ ਗਿਰਾਵਟ ਆ ਜਾਏ। ਜੇ ਕਿਤੇ ਲੋੜ ਪਈ ਵੀ ਧਰਮ ਨੂੰ ਸਥਿਰ ਰੱਖਣਾ ਪੈਣਾ ਤੇ ਸਾਡੇ ਸਰੀਰ ਦੀ ਬਾਜੀ ਲੱਗੇਗੀ ਜਾਂ ਸਾਨੂੰ ਸਰੀਰ ਦੇਣਾ ਪਏਗਾ, ਤੇ ਸਰੀਰ ਨਾਲੋਂ ਧਰਮ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਆਖਰ ਸਰੀਰ ਵੀ ਲੇਖੇ ਲਾ ਦਿੱਤਾ। ਜੇ ਗੁਰਬਾਣੀ ਨੂੰ ਸਮਝਣਾ ਹੋਵੇ ਨਾ ਤੇ ਸਿੱਖ ਧਰਮ ਦੇ ਵਿੱਚ ਆ ਪਹਿਲੀ ਗੱਲ ਜਿਹੜੀ ਇਹ ਕਥਾ ਦੀ ਪ੍ਰਥਾ, ਇਹ ਅਸਲ ਦੇ ਵਿੱਚ ਸਿੱਖ ਧਰਮ ਦੇ ਵਿੱਚ ਹੈ ਹੀ ਨਹੀਂ। ਇਹ ਹਿੰਦੂ ਧਰਮ ਦੇ ਵਿੱਚੋਂ ਜਿਹੜੀ ਕਥਾ ਦੀ ਪ੍ਰਥਾ ਇਹ ਆਈ ਆ, ਕਿਉਂਕਿ ਕਥਾ ਇੱਕ ਵਿਸ਼ਾ ਇਹ ਆ ਵੀ ਜਿਹੜਾ ਬੰਦਾ ਕਥਾ ਕਰਨ ਵਾਲਾ ਨਾ, ਉਹ ਚੁੱਪ ਕਰਕੇ ਸਟੇਜ ਦੇ ਉੱਤੇ ਘੰਟਾ ਡੇਢ ਘੰਟਾ ਬੋਲੇ ਤੇ ਸਾਰੇ ਬੈਠੇ ਚੁੱਪ ਕਰਕੇ ਅੱਖਾਂ ਬੰਦ ਕਰਕੇ ਸੁਣੀ ਜਾਣ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੜ੍ਹੋਗੇ ਤੇ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ 4 ਉਦਾਸੀਆਂ ਕਰਦੇ ਆ ਤੇ ਬਾਬਾ ਦੁਨੀਆ ਨੂੰ ਇਕੱਠਿਆਂ ਕਰਕੇ ਜਾਂ ਹਰਿਦੁਆਰ ਜਾ ਕੇ ਜਾਂ ਜਗਨਨਾਥਪੁਰੀ ਜਾ ਕੇ ਜਾਂ ਮੱਕੇ ਦੇ ਵਿੱਚ ਜਾ ਕੇ ਕਥਾ ਕਰਦਾ ਸੀ ਤੇ ਸਾਰੇ ਲੋਕ ਬਹਿ ਕੇ ਉਹਦੀ ਗੱਲ ਸੁਣ ਕੇ ਚਲੇ ਜਾਂਦੇ ਸਨ। ਜਦੋਂ ਜੋਗੀਆਂ ਦੇ ਨਾਲ ਬਾਬੇ ਦਾ ਵਾਹ ਪੈਂਦਾ, ਉਦੋਂ ਵੇਖੋ ਥੋੜ੍ਹਾ ਜਿਹਾ ਧਿਆਨ ਦੇ ਕੇ ਵੀ ਜੋਗੀਆਂ ਨੂੰ ਬਿਠਾ ਕੇ ਬਾਬੇ ਨਾਨਕ ਨੇ ਕਥਾ ਕੀਤੀ ਤੇ ਜੋਗੀ ਚੁੱਪ ਕਰਕੇ ਬਾਬੇ ਦੀ ਗੱਲ ਸੁਣ ਕੇ ਚਲੇ ਗਏ ਹੋਣਗੇ। ਆਖਰ ਇਹ ਵਿਸ਼ਾ ਵਿਚਾਰ ਦਾ ਤੇ ਸੰਵਾਦ ਦਾ ਵਾ। ਗੁਰਬਾਣੀ ਦਾ ਜਿਹੜਾ ਵਿਸ਼ਾ, ਇਹ ਕਥਾ ਦਾ ਵਿਸ਼ਾ ਨਹੀਂ, ਵਿਚਾਰ ਦਾ ਵਿਸ਼ਾ ਸੀ। ਜਿਹੜਾ ਵਿਚਾਰ ਜਿਹੜੀ ਸਾਡੇ ਹੱਥੋਂ ਚਲੀ ਗਈ, ਵਿਚਾਰ ਦਾ ਵਿਸ਼ਾ ਖਤਮ ਹੋ ਗਿਆ ਤੇ ਰਹਿ ਗਈ ਸਾਡੇ ਕੋਲ ਕਥਾ ਵੀ ਜੋ ਮੈਂ ਬੋਲ ਰਿਹਾ ਤੁਸੀਂ ਬੇਨ ਸਵਾਲ ਤੋਂ ਚੁੱਪ ਕਰਕੇ ਸੁਣੀ ਚੱਲੋ। ਤੇ ਇੱਕ ਗੱਲ ਜਿਹੜੀ ਉਹ ਸਮੂਹ ਸੰਗਤ ਦੇ ਉੱਤੇ ਤੇ ਧਰਮ ਦੇ ਨਾਂ ਤੇ ਥੋਪ ਕੇ ਇਹ ਬੰਦਾ ਚਲਾ ਜਾਂਦਾ, ਆਪਾਂ ਸੁਣ ਲੈਂਦੇ ਹਾਂ, ਸਾਡਾ ਸਵਾਲ ਹੀ ਕੋਈ ਨਹੀਂ ਹੁੰਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਜੋਗੀਆਂ ਦੇ ਸਾਹਮਣੇ ਬੈਠੇ ਤੇ ਜੋਗੀ ਲੋਕ ਗੁਰੂ ਨਾਨਕ ਪਾਤਸ਼ਾਹ ਦੇ ਕਾਬੂ ਆਉਣ ਵਾਲੇ ਨਹੀਂ, ਲੋਕ ਨਹੀਂ ਸੀ ਉਹ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਗੱਲ ਕਰਦੇ ਆ ਤੇ ਇੱਕ ਗੱਲ ਦੇ ਨਾਲ 10-10 15-15 ਸਵਾਲ ਰੱਖਦੇ ਆ ਜੋਗੀ। ਨਹੀਂ ਤੇ ਸਿੱਧ ਗੋਸ਼ਟ ਪੜ੍ਹ ਲਿਓ ਵੀ ਜੋਗੀ ਚੁੱਪ ਕਰਕੇ ਅੱਖਾਂ ਬੰਦ ਕਰਕੇ ਗੁਰੂ ਨਾਨਕ ਦੀ ਗੱਲ ਸੁਣ ਰਹੇ ਆ। ਉਹ ਗੁਰੂ ਨਾਨਕ ਦੇ ਉੱਤੇ ਸਵਾਲਾਂ ਦੀ ਝੜੀ ਲਾਉਂਦੇ ਆ, ਝੜੀ ਵੀ ਬਾਬਾ ਜੇ ਆਹ ਗੱਲ ਠੀਕ ਹੈ ਤੇ ਫਿਰ ਆਹ ਦੱਸ ਆਹ ਕਿਵੇਂ ਆ। ਹਰ ਇੱਕ ਪੱਖ ਤੋਂ ਬਾਬੇ ਨੂੰ ਘੇਰਨ ਦਾ ਯਤਨ ਕਰਦੇ ਆ ਉਹ, ਤੇ ਦਲੀਲਬਾਜ਼ ਬਹੁਤ ਬੰਦੇ ਸੀ ਉਹ, ਕਿਉਂਕਿ ਪੜ੍ਹੇ ਲਿਖੇ ਤੇ ਸਿਆਣੇ ਲੋਕ ਆ। ਪੜ੍ਹੇ ਲਿਖੇ ਮੈਂ ਤਾਂ ਕਰਕੇ ਕਹਿ ਰਿਹਾ ਵੀ ਉਹ ਲੋਕ ਵਿਦਿਆਵਾਨ ਬਹੁਤ ਸੀ, ਨੀਚੇ ਡਿੱਗ ਰਹੇ। ਹੁਣ ਗੁਰੂ ਨਾਨਕ ਪਾਤਸ਼ਾਹ ਜੇ ਤੇ ਕਾਜ਼ੀਆਂ ਦੇ ਕੋਲ ਬਹਿੰਦੇ ਆ ਤੇ ਭਲਾ ਸੋਚੋ ਵੀ ਕਾਜ਼ੀ ਜਿਹੜੇ ਆ ਉਹ ਗੁਰੂ ਨਾਨਕ ਦੀ ਗੱਲ, ਉਹਨਾਂ ਦੀ ਕਥਾ ਸੁਣ ਕੇ ਤੇ ਚਲੇ ਜਾਂਦੇ ਹੋਣਗੇ ਵੀ ਚਲੋ ਬਾਬੇ ਨਾਨਕ ਨੇ ਜੋ ਕਹਿਤਾ ਹੁਣ ਆਪਾਂ ਸੁਣ ਲਿਆ, ਚੱਲੀਏ ਘਰਾਂ ਨੂੰ, ਚਲੇ ਜਾਂਦੇ ਹੋਣਗੇ। ਸੋਚੋ ਕਾਜ਼ੀਆਂ ਦੇ ਨਾਲ ਗੱਲ ਕਰਨੀ ਕਿੰਨੀ ਔਖੀ ਹੋਵੇਗੀ। ਵਿਦਵਾਨ ਲੋਕ ਆ ਉਹ ਆਪਣੇ ਧਰਮ ਦੇ ਬਾਰੇ ਬਹੁਤ ਕੁਛ ਉਹ ਜਾਣਦੇ ਆ ਤੇ ਉਹਨਾਂ ਦੇ ਧਰਮ ਦੇ ਉੱਤੇ ਚੰਗੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਕਿੰਤੂ ਪਰੰਤੂ ਕਰਦੇ ਆ ਤੇ ਉਹਨਾਂ ਦੇ ਧਰਮ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਆ। ਫਿਰ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸਵਾਲ ਕਰਦੇ ਆ, ਜਵਾਬ ਪੁੱਛਦੇ ਆ ਉਹਨਾਂ ਦੇ ਕੋਲੋਂ। ਤੇ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਸਵਾਲ ਜਵਾਬ ਹੁੰਦੇ ਆ, ਅਸਲ ਦੇ ਵਿੱਚ ਇਹੀ ਧਰਮ ਦੀ ਰੀਤੀ ਸੀ ਸਿੱਖ ਧਰਮ ਦੇ ਅੰਦਰ। ਜਿਹੜੀ ਅੱਜ ਗੱਲ ਚੱਲ ਪਈ ਆ ਕਥਾ ਦੀ ਰੀਤੀ,
ਇਹ ਗੁਰੂ ਨਾਨਕ ਸਾਹਿਬ ਨੇ ਨਹੀਂ ਸੀ ਚਲਾਈ, ਬਾਅਦ ਦੇ ਵਿੱਚ ਇਹ ਚੱਲੀ ਆ। ਸਵਾਲ ਜਵਾਬ ਸੀ। ਹੁਣ ਮੁਸ਼ਕਲ ਸਾਡੇ ਅੰਦਰ ਇਹੀ ਆ ਵੀ ਆਪਾਂ ਗੁਰਬਾਣੀ ਦੇ ਅਰਥ ਜਿਵੇਂ ਵੀ ਕੋਈ ਬੰਦਾ ਆਇਆ ਸਾਡੇ ਅੱਗੇ ਰੱਖ ਗਿਆ, ਪਰੋਸ ਗਿਆ, ਆਪਾਂ ਸੁਣੇ ਤੇ ਚਲੇ ਗਏ। ਸਵਾਲ ਕੋਈ ਵੀ ਨਹੀਂ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਆਪ ਦੇ ਚਰਨਾਂ ਦੇ ਵਿੱਚ ਵੀ ਗੁਰੂ ਨਾਨਕ ਦੇ ਜੀਵਨ ਨੂੰ ਸਾਹਮਣੇ ਰੱਖੋ ਵੀ ਬਾਬੇ ਦਾ ਵਾਹ ਕਦੇ ਤੇ ਪੰਡਤਾਂ ਦੇ ਨਾਲ ਪੈਂਦਾ ਹਰਿਦੁਆਰ ਦੇ ਵਿੱਚ, ਕਦੇ ਬਾਬੇ ਦਾ ਵਾਹ ਪੈਂਦਾ ਵਾ ਜਗਨਨਾਥਪੁਰੀ ਦੇ ਵਿੱਚ, ਤੇ ਉਹ ਵਿਦਵਾਨ ਪੰਡਤ ਆ। ਉਹ ਪੰਡਤ ਆਮ ਲੋਕ ਨਹੀਂ ਸੀ ਜਿਵੇਂ ਆਪਾਂ ਬੈਠੇ ਆ ਨਾ, ਇੱਦਾਂ ਦੇ ਪੰਡਤ ਲੋਕ ਨਹੀਂ ਸੀ। ਉਹ ਬਹੁਤ ਪੜ੍ਹੇ ਲਿਖੇ ਸਿਆਣੇ ਲੋਕ ਜਿਹੜੇ ਧਰਮ ਦੀਆਂ ਬਰੀਕੀਆਂ ਨੂੰ ਸਮਝਦੇ ਆ। ਤੇ ਜਿਹੜਾ ਬੰਦਾ ਧਰਮ ਦੀ ਬਰੀਕੀ ਨੂੰ ਸਮਝਦਾ ਹੋਵੇ ਉਹ ਬੰਦਾ ਇੰਨੀ ਛੇਤੀ ਕਾਬੂ ਨਹੀਂ ਆਉਂਦਾ ਵੀ ਉਹਨੂੰ ਛੇਤੀ ਦੇ ਨਾਲ ਹੀ ਆਪਾਂ ਆਪਣੇ ਪਿੱਛੇ ਤੋਰ ਲਈਏ ਵੀ ਨਹੀਂ ਜੋ ਮੈਂ ਕਹਿ ਰਿਹਾ ਇਹ ਠੀਕ ਆ। ਸਵਾਲ ਸੀ ਅਗਲਿਆਂ ਦੇ। ਗੁਰੂ ਨਾਨਕ ਸਾਹਿਬ ਜੇ ਕਹਿੰਦੇ ਆ ਨਾ ਵੀ ਆਰਤੀ ਨਹੀਂ ਕਰਨੀ, ਤੇ ਉਹ ਸਵਾਲ ਕਰਦੇ ਆ ਵੀ ਬਾਬਾ ਫਿਰ ਜਾਂ ਤੇ ਸਾਡੀ ਨਿਸ਼ਾ ਕਰਾ ਵੀ ਕਿਉਂ ਨਹੀਂ ਕਰਨੀ, ਦੱਸ ਕਿਉਂ ਨਹੀਂ ਕਰਨੀ ਚਾਹੀਦੀ, ਜਾਂ ਤੇ ਇਹ ਗੱਲ ਦੇ ਨਾਲ ਸਾਨੂੰ ਸਹਿਮਤ ਕਰ ਤੇ ਫੇਰ ਮੰਨਦੇ ਆ ਵੀ ਚਲੋ ਤੁਹਾਡਾ ਗਿਆਨ ਬੜਾ ਉੱਚਾ ਤੇ ਬੜੇ ਦਲੀਲਬਾਜ਼ ਹੋ ਤੁਸੀਂ। ਤੇ ਜੇ ਹੁਣ ਉਹ ਸਵਾਲ ਨਹੀਂ ਕਰਦੇ ਤੇ ਬਾਬੇ ਨਾਨਕ ਨੇ ਉੱਥੇ ਗੱਲ ਕੀਤੀ ਆ, ਆਖਰ ਉਹ ਗੱਲ ਦੀ ਚੰਗੀ ਤਰ੍ਹਾਂ ਨਿਸ਼ਾ ਹੋਈ, ਉਹ ਲੋਕ ਸਹਿਮਤ ਹੋਏ ਤੇ ਉਹਨਾਂ ਨੇ ਆਰਤੀ ਕਰਨੀ ਬੰਦ ਕਰ ਦਿੱਤੀ ਆ। ਉੱਦਾਂ ਕੋਈ ਕਿਸੇ ਦੇ ਕਹਿਣ ਤੇ ਭਲਾ ਬੰਦ ਹੁੰਦਾ? ਸਾਡੇ ਘਰਾਂ ਦੇ ਵਿੱਚ ਜਿਹੜੀਆਂ ਰੀਤੀਆਂ ਚੱਲਦੀਆਂ, ਕਹਿ ਕੇ ਵੇਖੋ ਘਰ ਵਾਲਿਆਂ ਨੂੰ, ਉਸੇ ਵੇਲੇ ਹੀ ਕਈ ਤਰ੍ਹਾਂ ਦੇ ਉੱਥੇ ਝਗੜੇ ਖਲੇ ਹੋ ਜਾਂਦੇ ਆ, ਕਈ ਤਰ੍ਹਾਂ ਦੀ ਤੂੰ ਮੈਂ ਪਰਿਵਾਰ ਦੇ ਵਿੱਚ ਅੱਡੋ ਪਾਟੀ, ਤੇ ਇੱਕ ਦੂਜੇ ਦੇ ਨਾਲ ਉਸੇ ਵੇਲੇ ਵਿਗਾੜ ਹੋ ਜਾਂਦਾ। ਆ ਕਿਸੇ ਨੂੰ ਕਹਿ ਕੇ ਵੇਖੋ ਵੀ ਤੀਰਥ ਯਾਤਰਾ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਨੇ ਜਦੋਂ ਇਹਨਾਂ ਚੀਜ਼ਾਂ ਨੂੰ ਰੱਦ ਕੀਤਾ ਨਾ, ਤੇ ਉਹਨਾਂ ਲੋਕਾਂ ਨੇ ਸਵਾਲ ਕੀਤੇ ਵੀ ਬਾਬਾ ਜੇ ਤੀਰਥ ਤੇ ਨਹਾਤਿਆਂ ਰੱਬ ਨਹੀਂ ਮਿਲਦਾ ਤੇ ਫਿਰ ਤੂੰ ਦੱਸ ਕਿਵੇਂ ਮਿਲਦਾ? ਫਿਰ ਤੀਰਥ ਨੂੰ ਰੱਦ ਕਰਨਾ ਤੇ ਜਾਂ ਦਲੀਲ ਦੇ। ਤੇ ਗੁਰੂ ਨਾਨਕ ਸਾਹਿਬ ਦੀਆਂ ਦਲੀਲਾਂ ਕਿਹੋ ਜਿਹੀਆਂ ਹੋਣਗੀਆਂ ਜਦੋਂ ਜੋਗੀ ਵੀ ਮੱਥਾ ਟੇਕਦੇ ਆ ਬਾਬੇ ਦੇ ਚਰਨਾਂ 'ਚ ਵੀ ਸੱਚੇ ਪਾਤਸ਼ਾਹ ਤੂੰ ਧੰਨਿਆ, ਜਿੰਨੇ ਸਵਾਲ ਅਸੀਂ ਕੀਤੇ ਆ ਉਹਦੇ ਨਾਲੋਂ ਵੱਧ ਤੂੰ ਜਵਾਬ ਦਿੱਤੇ ਆ। ਦੱਸੋ ਵੀ ਕਥਾ ਦੇ ਦੌਰਾਨ ਕਦੇ ਕਿਸੇ ਸੰਗਤ ਦੇ ਵਿੱਚੋਂ ਇਹ ਸਵਾਲ ਪੈਦਾ ਹੋਇਆ ਵੀ ਆ ਜਿਹੜੇ ਸ਼ਬਦ ਦੀ ਵਿਚਾਰ ਚੱਲੀ ਆ, ਇਸ ਸ਼ਬਦ ਦੇ ਵਿੱਚ ਗੱਲ ਇਹ ਕੀਤੀ ਜਾ ਰਹੀ, ਇਤਿਹਾਸ ਦੇ ਵਿੱਚ ਗੱਲ ਇਹ ਕੀਤੀ ਜਾ ਰਹੀ ਆ ਵੀ 8 ਮਹੀਨੇ ਦਾ ਘੇਰਾ ਰਿਹਾ ਆਨੰਦਪੁਰ ਸਾਹਿਬ ਦੇ ਵਿੱਚ, ਤੇ ਸਿੱਖ ਭੁੱਖੇ ਪਿਆਸੇ ਭੁੱਖ ਤੇ ਕੱਟਦੇ ਹੋਏ ਵੀ ਰੱਬ ਦਾ ਪੱਲਾ ਨਹੀਂ ਛੱਡਦੇ। ਇਹ ਤੁਸੀਂ ਸਾਰੇ ਜਾਣਦੇ ਹੋ ਵੀ ਇਤਿਹਾਸ ਆਪਾਂ ਪੜ੍ਹੀ ਜਾਂਦੇ ਆ। ਸਿੱਖ ਜੰਗਲਾਂ ਦੇ ਵਿੱਚ ਰਹੇ, ਨਾ ਉਹਨਾਂ ਦੇ ਕੋਲ ਬਿਸਤਰਾ, ਨਾ ਉਹਨਾਂ ਦੇ ਕੋਲ ਮੰਜਾ, ਨਾ ਉਹਨਾਂ ਕੋਲ ਰਜਾਈ, ਨਾ ਉਹਨਾਂ ਦੇ ਕੋਲ ਤਲਾਈ, ਨਾ ਉਹਨਾਂ ਦੇ ਕੋਲ ਖਾਣ ਲਈ ਕੁਛ, ਰੁੱਖਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਨ ਵਾਲੀ ਕੌਮ, ਤੇ ਫੇਰ ਵੀ ਰੱਬ ਦੇ ਪੱਖ ਦੇ ਵਿੱਚ ਨਿੱਤਰਦੀ ਹੋਈ ਗੁਰੂ ਦਾ ਪੱਲਾ ਨਹੀਂ ਛੱਡਦੀ, ਤੇ ਆਪਣੇ ਉਸ ਐਂਗਲ ਤੋਂ ਹਿੱਲਣ ਲਈ ਤਿਆਰ ਨਹੀਂ, ਉਹ ਟਸ ਤੋਂ ਮਸ ਨਹੀਂ ਹੋ ਰਹੇ। ਕਈਆਂ ਦਿਨਾਂ ਦੇ ਭੁੱਖੇ ਸਿੱਖ ਜਿਹੜੇ ਕਦੇ ਵੀ ਉਹ ਆਪਣਾ ਦ੍ਰਿੜ ਇਰਾਦਾ ਨਹੀਂ ਡੋਲਣ ਦਿੰਦੇ। ਇਤਿਹਾਸ ਨੂੰ ਪੜ੍ਹੋ, ਤੇ ਜੇ ਪੜ੍ਹੋਗੇ ਗੁਰਬਾਣੀ ਨੂੰ, ਆ ਸ਼ਬਦ ਨੂੰ ਵੀ ਭੂਖੇ ਭਗਤ ਨਾ ਕੀਜੇ, ਫਿਰ ਦੱਸੋ ਇਤਿਹਾਸ ਨੂੰ ਕਿੱਥੇ ਰੱਖੋਗੇ? ਲਿਆਓ ਸਵਾਲ, ਜੇ ਕੋਈ ਬੰਦਾ ਪੁੱਛੇ ਵੀ ਤੁਹਾਡੇ ਸਿੱਖ ਤੇ 8-8 ਮਹੀਨੇ ਦੇ ਘੇਰੇ 'ਚ ਬੈਠੇ ਆ, ਜੰਗਲਾਂ ਦੇ ਵਿੱਚ ਰੁੱਖਾਂ ਦੇ ਪੱਤੇ ਖਾ ਰਹੇ ਆ, ਤੇ ਇੱਥੇ ਤੁਹਾਡੀ ਗੁਰਬਾਣੀ ਕਹਿ ਰਹੀ ਆ ਵੀ ਭੂਖੇ ਭਗਤ ਨਾ ਕੀਜੇ, ਜੇ ਮਾਲਾ ਆਪਣੀ ਲੈ ਲੀਜੇ। ਸੱਚੇ ਪਾਤਸ਼ਾਹ ਭੁੱਖਿਆਂ ਦੇ ਕੋਲੋਂ ਵੀ ਕਦੇ ਕੋਈ ਕੰਮ ਹੁੰਦਾ? ਭੁੱਖੇ ਵੀ ਕਦੇ ਲੜ ਸਕਦੇ ਆ? ਨਾ ਮੇਰੇ ਕੋਲ ਮੰਜਾ, ਨਾ ਮੇਰੇ ਕੋਲ ਬਿਸਤਰਾ, ਨਾ ਮੇਰੇ ਕੋਲ ਆਟਾ, ਨਾ ਮੇਰੇ ਕੋਲ ਲੂਣ ਨਾ ਦਾਲ, ਕਾਹਦੀ ਭਗਤੀ ਆਈ? ਮੇਲ ਖਾਂਦੀ ਗੱਲ ਇਤਿਹਾਸ ਦੀ ਤੇ ਗੁਰਬਾਣੀ ਦੀ? ਤੇ ਸਵਾਲ ਸਾਡਾ ਕੋਈ ਵੀ ਨਹੀਂ ਹੁੰਦਾ ਵੀ ਇਹ ਗੱਲ ਕੀ ਬਣ ਰਹੀ ਹੈ। ਕਿਉਂਕਿ ਮੈਂ ਸ਼ਬਦ ਇਸ ਕਰਕੇ ਰੱਖਿਆ, ਇਹ ਸ਼ਬਦ ਇੱਕ ਤੇ ਆਮ ਪ੍ਰਚਲਿਤ ਆ, ਇੱਕ ਸੌਖਾ, ਇੱਕ ਆਮ ਸਾਰਿਆਂ ਨੇ ਪੜ੍ਹਿਆ ਤੇ ਸਮਝ ਦੇ ਵਿੱਚ ਆਉਂਦਾ। ਜਿਸ ਵੇਲੇ ਆਪਾਂ ਇਹੋ ਜਿਹੇ ਸ਼ਬਦਾਂ ਦੇ ਅਰਥ ਕਰਦੇ ਹਾਂ ਤੇ ਸਾਨੂੰ ਗੁਰਬਾਣੀ ਦੇ ਵਿੱਚੋਂ ਵੇਖਣਾ ਪਏਗਾ ਵੀ ਜੇ ਆਪਾਂ ਇਤਿਹਾਸ ਸੁਣਾਉਣ ਲੱਗੇ ਇਹ ਗੱਲ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਤੇ ਭੁੱਲ ਹੀ ਗਏ, ਰੱਬ ਜੀ ਭੁੱਲ ਗਏ,
ਤੇ ਉਸ ਵੇਲੇ ਇੱਕ ਮਾਈ ਆਈ ਗੁਰੂ ਪਾਤਸ਼ਾਹ ਦੇ ਕੋਲ। ਸੁਲੱਖਣੀ ਨੇ ਆਖਿਆ, ਬਾਬਾ ਪੁੱਤ ਹੈ ਨਹੀਂ ਮੇਰੇ ਕੋਲ, ਤੂੰ ਕਿਰਪਾ ਕਰਕੇ ਇੱਕ ਪੁੱਤ ਤੇ ਬਖਸ਼ ਦੇ। ਤੇ ਬਾਬਾ ਕਹਿੰਦਾ ਤੇਰੇ ਤੇ ਭਾਗਾਂ 'ਚ ਹੀ ਹੈ ਨਹੀਂ। ਤੇ ਉੱਥੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਜੇ ਤੇਰੇ ਭਾਗਾਂ 'ਚ ਨਹੀਂ ਤੂੰ ਰੋ ਨਾ, ਗੁਰੂ ਦੇ ਘਰੋਂ ਕੋਈ ਰੋਂਦਾ ਨਹੀਂ ਜਾਂਦਾ, ਤੂੰ ਵਾਪਸ ਨਾ ਜਾ। ਬੀਬੀ ਇੱਕ ਕੰਮ ਕਰ, ਆ ਸ਼ਾਹੀ ਤੇ ਦਵਾਤ ਲੈ ਜਾ। ਤੇ ਮਹਾਰਾਜ ਜਦੋਂ ਕਿਤੇ ਉਸੇ ਵੇਲੇ ਦੀਵਾਨ ਤੋਂ ਬਾਹਰ ਆਉਣ ਤੇ ਉਹਦੀਆਂ ਘੋੜੇ ਦੀਆਂ ਲਗਾਮਾਂ ਪਕੜ ਲਈ ਤੇ ਆਖੀ ਜੇ ਉੱਥੇ ਤੂੰ ਭੁੱਲ ਗਿਆ ਤੇ ਇੱਥੇ ਹੀ ਲਿਖ ਦੇ। ਤੇ ਜਦੋਂ ਆਪਾਂ ਹਾਂ ਗੱਲ ਆਖਾਂਗੇ ਵੀ ਬਾਬਾ ਭੁੱਲ ਜਾਂਦਾ ਹੁੰਦਾ ਤੇ ਗੁਰਬਾਣੀ ਨੂੰ ਕਿੱਥੇ ਰੱਖੋਗੇ ਜਿਹੜੀ ਕਹਿ ਰਹੀ ਆ ਵੀ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਸਵਾਲ ਪੈਦਾ ਹੋ ਗਿਆ ਇੱਥੇ। ਇਤਿਹਾਸ ਜਿਹੜਾ ਗੁਰਬਾਣੀ ਦੇ ਨਾਲ ਮੇਲ ਹੀ ਨਹੀਂ ਖਾ ਰਿਹਾ। ਗੁਰਬਾਣੀ ਕਹਿੰਦੀ ਵੀ ਰੱਬ ਨਹੀਂ ਭੁੱਲਦਾ, ਗੁਰੂ ਭੁੱਲਦਾ ਹੀ ਨਹੀਂ, ਤੇ ਇਤਿਹਾਸ ਕਹਿ ਰਿਹਾ ਵੀ ਗੁਰੂ ਭੁੱਲ ਜਾਂਦਾ। ਤੇ ਜਿਹੜਾ ਇਤਿਹਾਸ ਗੁਰਬਾਣੀ ਦੀ ਕਸਵੱਟੀ ਤੇ ਖਰਾ ਨਹੀਂ ਉਤਰਦਾ, ਉਹ ਇਤਿਹਾਸ ਬੜਾ ਵੱਡਾ ਭੁਲੇਖਾ ਖੜਾ ਕਰ ਜਾਂਦਾ। ਸਿੱਖ ਧਰਮ ਦੇ ਅੰਦਰ ਇਹੀ ਭੁਲੇਖੇ ਖੜੇ ਹੋ ਗਏ। ਜਦੋਂ ਵੀ ਆ ਸ਼ਬਦ ਦੀ ਵਿਆਖਿਆ ਸੁਣੀ ਦੀ ਆ ਤੇ ਆਮ ਸਾਡੇ ਪ੍ਰਚਾਰਕ ਚੰਗੇ ਚੰਗੇ ਪ੍ਰਚਾਰਕ ਜਦੋਂ ਇਹੋ ਜਿਹੇ ਸ਼ਬਦਾਂ ਦੀ ਵਿਆਖਿਆ ਸੰਗਤ ਦੇ ਵਿੱਚ ਕਰ ਜਾਂਦੇ ਆ ਨਾ ਵੀ ਵੇਖੋ ਜੀ ਬਾਬਾ ਕਬੀਰ ਸਾਹਿਬ ਕਹਿੰਦੇ ਵੀ ਪਾਤਸ਼ਾਹ ਭੁੱਖੇ ਭਗਤ ਨਾ ਕੀਜੈ। 10 ਭੁੱਖਿਆਂ ਭਗਤੀ ਹੋ ਸਕਦੀ ਕਿਤੇ? ਜੇ ਮਾਲਾ ਆਪਣੀ ਲੀਜੇ, ਆ ਮਾਲਾ ਚੁੱਕ ਆਪਣੀ, ਸਾਡੇ ਤੋਂ ਭੁੱਖਿਆਂ ਭਗਤੀ ਕਿਵੇਂ ਹੋਈ? ਫਿਰ ਉੱਥੇ ਸਾਨੂੰ ਬਾਬਾ ਕਬੀਰ ਸਾਹਿਬ ਦਾ ਵੀ ਵੇਖਣਾ ਪਏਗਾ ਵੀ ਬਾਬਾ ਕਬੀਰ ਸਾਹਿਬ ਮਾਲਾ ਦੇ ਹੱਕ 'ਚ ਹੈ ਸੀ? ਮਾਲਾ ਪਾਉਂਦੇ ਹੀ ਬਾਬਾ ਕਬੀਰ ਸਾਹਿਬ? ਗੁਰਬਾਣੀ ਉਹ ਮਾਲਾ ਦੀ ਇਜਾਜ਼ਤ ਦੇ ਰਹੀ ਆ? ਗੁਰਬਾਣੀ ਇਹ ਗੱਲ ਕਹਿੰਦੀ ਵੀ ਮਾਲਾ ਜਿਹੜੀ ਆ ਉਹ ਧਰਮ ਦਾ ਹਿੱਸਾ ਜਾਂ ਮਾਲਾ ਬੰਦਗੀ ਦਾ ਹਿੱਸਾ? ਬਾਬਾ ਕਬੀਰ ਸਾਹਿਬ ਦਾ ਤੇ ਪਹਿਲਾ ਹੀ ਸ਼ਲੋਕ ਆ, ਜਦੋਂ ਬਾਬਾ ਕਬੀਰ ਸਾਹਿਬ ਦੇ ਸ਼ਲੋਕ ਸ਼ੁਰੂ ਹੁੰਦੇ ਆ ਉਹ ਕਹਿੰਦੇ ਆ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਪਹਿਲਾ ਸ਼ਲੋਕ ਬਾਬਾ ਕਬੀਰ ਸਾਹਿਬ ਦਾ। ਇਹਦਾ ਭਾਵ ਆ ਵੀ ਇੱਥੇ ਬਾਬਾ ਕਬੀਰ ਸਾਹਿਬ ਕੋਹ ਕਹੀ ਜਾ ਰਹੇ ਤੇ ਸ਼ਲੋਕਾਂ 'ਚ ਹੋਰੀ ਕੋਹ ਕਹੀ ਜਾਂਦੇ ਆ। ਉਹਨਾਂ ਦੇ ਆਪਸ ਵਿੱਚ ਹੀ ਨਹੀਂ ਵਿਚਾਰ ਮਿਲਦੇ। ਕੀ ਕਾਰਨ ਆਏ? ਜਾਂ ਉਹਨਾਂ ਦੇ ਵਿਚਾਰ ਨਹੀਂ ਮਿਲ ਰਹੇ ਜਾਂ ਫਿਰ ਸਾਡੀ ਵਿਆਖਿਆ ਦੇ ਵਿੱਚ ਕੋਈ ਫਰਕ ਆ, ਸਾਡੀ ਗੱਲ ਸਮਝ 'ਚ ਨਹੀਂ ਆ ਰਹੀ। ਦੋਵਾਂ ਦੇ ਵਿੱਚ ਹੀ ਅੰਤਰ ਹੁੰਦਾ ਨਾ। ਜਾਂ ਗੱਲ ਸਾਡੀ ਸਮਝ 'ਚ ਨਾ ਆਵੇ ਤੇ ਜਾਂ ਫਿਰ ਅਗਲਾ ਜਿਹੜਾ ਬਚਨ ਕਰ ਰਿਹਾ ਉਹਦੇ ਬਚਨਾਂ ਦੇ ਵਿੱਚ ਹੀ ਦੋਗਲਾ ਪਾਨਿਆ ਜਾਂ ਫਿਰ ਦੁਚਿੱਤੀ ਆ ਵੀ ਇੱਕ ਥਾਂ ਤੇ ਗੱਲ ਹੋਰ ਹੋ ਰਹੀ ਤੇ ਦੂਜੀ ਥਾਂ ਦੇ ਉੱਤੇ ਗੱਲ ਹੋਰ ਹੋਈ ਜਾਂਦੀ ਆ। ਇੱਕ ਥਾਂ ਤੇ ਮਾਲਾ ਦੀ ਗੱਲ ਹੋ ਰਹੀ, ਦੂਜੇ ਥਾਂ ਤੇ ਮਾਲਾ ਦਾ ਖੰਡਨ ਹੋ ਰਿਹਾ। ਇੱਕ ਥਾਂ ਦੇ ਉੱਤੇ ਮਾਲਾ ਦੇ ਹੱਕ 'ਚ ਆ ਤੇ ਦੂਜੀ ਥਾਂ ਦੇ ਉੱਤੇ ਮਾਲਾ ਦੇ ਵਿਰੋਧ ਦੇ ਵਿੱਚ ਆ। ਕਦੇ ਗੱਲ ਇਹ ਹੋ ਸਕਦੀ ਵੀ ਇੱਕ ਥਾਂ ਦੇ ਉੱਤੇ ਮੈਂ ਇੱਕ ਪੱਖ ਦੇ ਵਿੱਚ ਹੋਵਾਂ ਤੇ ਦੂਜੀ ਥਾਂ ਦੇ ਉੱਤੇ ਮੈਂ ਉਸੇ ਪੱਖ ਦੇ ਵਿਰੋਧੀ ਹੋ ਜਾਂ? ਇਹੋ ਜਿਹੇ ਬੰਦੇ ਨੂੰ ਕੀ ਕਹੋਗੇ ਤੁਸੀਂ? ਇੱਕ ਬੰਦਾ ਇੱਥੇ ਕੁਝ ਹੋਰ ਕਹਿ ਰਿਹਾ ਹੋਵੇ ਤੇ ਉੱਥੇ ਜਾ ਕੇ ਇਸੇ ਗੱਲ ਨੂੰ ਹੋਰ ਢੰਗ ਦੇ ਨਾਲ ਪੇਸ਼ ਕਰ ਰਿਹਾ ਹੋਵੇ, ਇਹ ਗੱਲ ਦੁਨੀਆ ਦੇ ਲੋਕ ਪ੍ਰਵਾਨ ਕਰਨਗੇ? ਬਾਬਾ ਕਬੀਰ ਸਾਹਿਬ ਕਹਿ ਰਹੇ ਆ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਹੁਣ ਜਿਸ ਵੇਲੇ ਬਾਬਾ ਕਬੀਰ ਸਾਹਿਬ ਦੇ ਇਹ ਬਚਨ ਆਪਾਂ ਪੜ੍ਹਦੇ ਹਾਂ ਫਿਰ ਪਤਾ ਲੱਗਦਾ ਵੀ ਬਾਬਾ ਕਬੀਰ ਸਾਹਿਬ ਮਾਲਾ ਦੇ ਹੱਕ 'ਚ ਹੈ ਨਹੀਂ, ਨਾ ਮਾਲਾ ਧਰਮ ਦਾ ਹਿੱਸਾ ਹੀ ਆ। ਫਿਰ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਸਾਨੂੰ ਪੜ੍ਹਨੇ ਪੈਣਗੇ ਕਿਉਂਕਿ ਗੁਰਬਾਣੀ ਸਾਨੂੰ ਦੱਸੇਗੀ ਵੀ ਇਹ ਗੱਲ ਚੱਲੀ ਕਿੱਧਰ ਨੂੰ ਆ, ਕੀ ਗੱਲ ਆ, ਕੀ ਕਹਿਣਾ ਚਾਹੁੰਦੇ ਬਾਬਾ ਕਬੀਰ ਸਾਹਿਬ ਜੀ। ਫਿਰ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਸਾਨੂੰ ਵੇਖਣਾ ਪਏਗਾ ਵੀ ਗੁਰੂ ਨਾਨਕ ਸਾਹਿਬ ਤੇ ਕਹਿ ਰਹੇ ਆ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਦੋਇ ਧੋਤੀ ਬਸਤਰ ਕਪਾਟੰ ਜੋ ਜਾਣਸ ਬਰਮੰ ਕਰਮੰ ਸਭ ਫੋਕਟ ਨੇਚੋ ਕਰਮੰ। ਇਹ ਸ਼ਬਦ ਨੂੰ ਸਾਰੇ ਨੂੰ ਪੜ੍ਹੋ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਪੰਡਤ ਪੋਥੀ ਪੜ੍ਹਦਾ ਭਾਵ ਧਾਰਮਿਕ ਗ੍ਰੰਥ ਪੜ੍ਹਦਾ, ਪੜ ਪੁਸਤਕ ਸੰਧਿਆ ਬਾਦੰ ਫਿਰ ਵਿਚਾਰ ਕਰਦਾ ਦੋਇ ਧੋਤੀ ਬਸਤਰ ਕਪਾਟੰ ਫਿਰ 2 ਧੋਤੀਆਂ ਰੱਖਦਾ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ
ਗਲ ਮਾਲਾ ਤਿਲਕ ਲਲਾਟੰ, ਗਲ ਦੇ ਵਿੱਚ ਮਾਲਾ ਪਾਈ ਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਇਹ ਸਾਰਾ ਕੁਝ ਧਰਮ ਦੇ ਚਿੰਨ੍ਹ ਤੇ ਬੰਦੇ ਦਾ ਕੇਂਦਰ ਬਿੰਦੂ ਭਗਤੀ ਨਹੀਂ, ਕਿਉਂਕਿ ਅੰਦਰ ਕੁਝ ਹੋ ਰਿਹਾ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਵੀ ਭਗਤੀ ਦਾ ਕੇਂਦਰ ਬਿੰਦੂ ਹੋ ਰਿਹਾ ਤੇ ਸਾਡਾ ਐਂਗਲ ਹੋ ਰਿਹਾ, ਜਾਂ ਇੰਜ ਕਹਿ ਲਵੋ ਵੀ ਭਗਤੀ ਦਾ ਐਂਗਲ ਹੋ ਰਿਹਾ ਤੇ ਸਾਡਾ ਕੇਂਦਰ ਬਿੰਦੂ ਕੁਛ ਹੋਰ ਹੁੰਦਾ। ਜਿੱਥੇ ਗੁਰਬਾਣੀ ਜਾ ਕੇ ਗੱਲ ਕਰਦੀ ਆ ਉੱਥੇ ਅਸੀਂ ਲੋਕ ਨਹੀਂ ਉਸ ਗੱਲ ਨੂੰ ਸਮਝਦੇ, ਜਿੱਥੇ ਜਾ ਕੇ ਗੁਰਬਾਣੀ ਸਾਨੂੰ ਸਮਝਾਉਣਾ ਚਾਹੁੰਦੀ ਆ। ਹੁਣ ਜਿਸ ਵੇਲੇ ਮਾਲਾ ਦੀ ਆਪਾਂ ਗੱਲ ਕਰਦੇ, ਗੱਲ ਸਪਸ਼ਟ ਹੋ ਜਾਂਦੀ ਆ ਵੀ ਬਾਬਾ ਕਬੀਰ ਸਾਹਿਬ ਮਾਲਾ ਦੇ ਹੱਕ ਦੇ ਵਿੱਚ ਨਹੀਂ, ਕਿਉਂਕਿ ਧਰਮ ਦਾ ਹਿੱਸਾ ਮਾਲਾ ਨਹੀਂ, ਭਗਤੀ ਦਾ ਹਿੱਸਾ ਮਾਲਾ ਨਹੀਂ। ਸਿੱਖ ਧਰਮ ਇਸ ਗੱਲ ਨੂੰ ਰੱਦ ਕਰ ਰਿਹਾ, ਨਹੀਂ ਮੰਨਦਾ ਸਿੱਖ ਧਰਮ, ਗੁਰਮਤਿ ਨਹੀਂ ਮੰਨਦੀ, ਪ੍ਰਵਾਨ ਨਹੀਂ ਕਰਦੀ। ਫਿਰ ਦੂਸਰੀ ਗੱਲ, ਜਿਸ ਵੇਲੇ ਆਪਾਂ ਇਹ ਗੱਲ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਗੁਰੂ ਸਾਹਿਬ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਇਹੋ ਜਿਹਾ ਕੰਮ ਨਾ ਬੰਦਿਆ ਕਰ ਜਿਹਦੇ ਨਾਲ ਤੈਨੂੰ ਪਛਤਾਉਣਾ ਪਵੇ, ਇਹੋ ਜਿਹੀ ਮੰਗ ਨਾ ਮੰਗੀ, ਕਿਉਂਕਿ ਜਿਸ ਮੰਗ ਦੇ ਪਿੱਛੇ ਲਾਲਚ ਹੋਵੇ, ਜਿਸ ਮੰਗ ਦੇ ਪਿੱਛੇ ਤ੍ਰਿਸ਼ਨਾ ਹੋਵੇ, ਜਿਸ ਮੰਗ ਦੇ ਪਿੱਛੇ ਲੋਭ ਹੋਵੇ, ਉਹਨੂੰ ਬਾਣੀ ਗੁਰਮਤਿ ਪ੍ਰਵਾਨ ਨਹੀਂ ਕਰਦੀ। ਇਹ ਗੱਲ ਸਮਝਣੀ ਬਹੁਤ ਔਖੀ ਆ, ਕਿਉਂਕਿ ਗੁਰਬਾਣੀ ਦਾ ਵਿਸ਼ਾ ਇੱਕ ਐਸਾ ਵੀ ਕਈ ਵਾਰੀ ਗੱਲ ਜਿਹੜੀ ਉਹ ਇਸ਼ਾਰੇ 'ਚ ਚਲੀ ਜਾਂਦੀ ਆ, ਗੁਰਮਤਿ ਫਲਾਸਫੀ ਦੇ ਵਿੱਚ ਚਲੀ ਜਾਂਦੀ ਆ। ਕਈ ਗੱਲਾਂ ਸਾਨੂੰ ਬੜੀਆਂ ਸੌਖੀਆਂ ਸਮਝ ਦੇ ਵਿੱਚ ਆ ਜਾਂਦੀਆਂ। ਮੈਂ ਇੱਕ ਦਿਨ ਵੀ ਬੇਨਤੀ ਕੀਤੀ ਵੀ ਗੁਰਬਾਣੀ 3 ਤਰ੍ਹਾਂ ਦੇ ਨਾਲ ਸਮਝਣੀ ਪਏਗੀ। ਪਹਿਲੇ ਤੇ ਸ਼ਬਦ ਫਲਾਸਫੀਕਲੀ ਆ, ਦੂਸਰੇ ਸ਼ਬਦ ਸਿਧਾਂਤਕ ਆ। ਜਦੋਂ ਸਾਨੂੰ ਸਿਧਾਂਤਕ ਸ਼ਬਦਾਂ ਦੇ ਬਾਰੇ ਸਮਝ ਲੱਗੇਗੀ, ਫਿਰ ਸਾਨੂੰ ਪਤਾ ਲੱਗੇਗਾ ਵੀ ਜੋ ਇਤਿਹਾਸ ਗੱਲ ਕਰਦਾ ਕਈ ਵਾਰੀ ਗੁਰਬਾਣੀ ਉਹਦੇ ਨਾਲ ਮੇਲ ਨਹੀਂ ਖਾਂਦੀ, ਕਿਉਂਕਿ ਸਿਧਾਂਤ ਸਾਨੂੰ ਮੰਨਣਾ ਪੈਂਦਾ। ਸਿਧਾਂਤ ਕੀ ਹੁੰਦਾ? ਜਿਹੜੀ ਗੱਲ ਗੁਰੂ ਦੀ ਸੋਚ ਤੋਂ ਉਲਟ ਹੋਵੇ, ਗੁਰੂ ਕੁਛ ਹੋਰ ਕਹਿੰਦਾ ਹੋਵੇ ਤੇ ਆਪਾਂ ਕੁਛ ਹੋਰ ਕਹਿੰਦੇ ਹੋਈਏ, ਇਹਨੂੰ ਕਹਿੰਦੇ ਆ ਵੀ ਸਿਧਾਂਤ ਨੂੰ ਠੇਸ ਪਹੁੰਚਾ ਦੇਣੀ। ਭਾਵ ਜੋ ਗੁਰੂ ਕਹਿ ਰਿਹਾ ਸੀ, ਗੁਰੂ ਕਹਿੰਦਾ ਵਾ ਵੀ ਪਰਮਾਤਮਾ ਜਿਹੜਾ ਰੱਬ ਆ ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ, ਰੱਬ ਨਾ ਮਰਦਾ ਤੇ ਨਾ ਜੰਮਦਾ। ਤੇ ਬੰਦਾ ਸਟੇਜ ਦੇ ਉੱਤੇ ਬਹਿ ਕੇ ਕਹੀ ਜਾਵੇ ਵੀ ਰੱਬ ਮਰਦਾ ਤੇ ਰੱਬ ਜੰਮਦਾ, ਫਲਾਣੇ ਥਾਂ ਦੇ ਉੱਤੇ ਰੱਬ ਨੇ ਅਵਤਾਰ ਧਾਰਨ ਕਰ ਲਿਆ ਤੇ ਫਲਾਣੇ ਥਾਂ ਤੇ ਜਾ ਕੇ ਰੱਬ ਦੁਨੀਆ ਤੋਂ ਚਲਾ ਗਿਆ। ਫਰਕ ਪੈ ਗਿਆ ਨਾ। ਗੁਰੂ ਪਾਤਸ਼ਾਹ ਦੇ ਕਹਿੰਦੇ ਆ ਸੋ ਮੁਖ ਜਲੋ ਜਿਤ ਕਹਿ ਠਾਕਰ ਜੋਨੀ, ਉਹ ਮੁਖ ਸੜ ਜੇ ਜਿਹੜਾ ਕਵੇ ਵੀ ਪਰਮਾਤਮਾ ਜੂਨਾ ਚਾਹੁੰਦਾ। ਗੁਰਬਾਣੀ ਇਹ ਗੱਲ ਨੂੰ ਮੰਨਦੀ ਨਹੀਂ। ਆਪਾਂ ਜਿਹੜੀ ਗੱਲ ਗੁਰੂ ਦੀ ਸੋਚ ਤੋਂ ਉਲਟ ਕਰ ਦਿੰਦੇ ਆ, ਉਹ ਗੱਲ ਸਿਧਾਂਤਕ ਪੱਖ ਨੂੰ ਠੇਸ ਪਹੁੰਚਾ ਦਿੰਦੀ ਆ, ਗੁਰੂ ਦੀ ਵਿਚਾਰਧਾਰਾ ਨੂੰ ਖਤਮ ਕਰਦੀ ਆ। ਉਹ ਗੱਲ ਗੁਰੂ ਕੁਛ ਹੋਰ ਕਹਿ ਰਿਹਾ, ਆਪਾਂ ਕੁਛ ਹੋਰ ਕਹਿ ਰਹੇ ਹਾਂ। ਗੁਰੂ ਕੁਛ ਸਮਝਾਉਣਾ ਚਾਹੁੰਦਾ, ਆਪਾਂ ਕੁਛ ਹੋਰ ਸਮਝ ਰਹੇ ਹਾਂ। ਹੁਣ ਗੁਰੂ ਪਾਤਸ਼ਾਹ ਕਹਿੰਦੇ ਆ ਗੁਰਬਾਣੀ ਦੇ ਵਿੱਚ, ਕਿਉਂਕਿ ਸ਼ਬਦ ਨੂੰ ਆਪਾਂ ਵਿਚਾਰਨਾ ਤੇ ਜਿੰਨਾ ਕੁ ਸਮਾਂ ਇਸੇ ਸਮੇਂ ਦੇ ਵਿੱਚ ਰਹਿ ਕੇ, ਅੱਜ ਸਮਾਂ ਥੋੜ੍ਹਾ ਜਿਹਾ ਜ਼ਿਆਦਾ ਹੋਣ ਕਰਕੇ ਇਹ ਆਪਾਂ ਸ਼ਬਦ ਲਿਆ। ਬਾਬਾ ਕਬੀਰ ਸਾਹਿਬ ਕਹਿੰਦੇ ਭੂਖੇ ਭਗਤ ਨਾ ਕੀਜੈ, ਜਿਹ ਮਾਲਾ ਆਪਨੀ ਲੀਜੇ। ਇਹ ਸ਼ਬਦ ਦੇ ਜਦੋਂ ਅਰਥ ਕੀਤੇ ਜਾਂਦੇ ਆ ਤੇ ਇਸੇ ਤਰ੍ਹਾਂ ਕੀਤੇ ਜਾਂਦੇ ਆ ਵੀ ਬਾਬਾ ਕਬੀਰ ਸਾਹਿਬ ਕਹਿੰਦੇ ਆ ਹੇ ਪਰਮਾਤਮਾ ਆ ਚੁੱਕ ਆਪਣੀ ਮਾਲਾ, ਸਾਡੇ ਕੋਲੋਂ ਭਗਤੀ ਨਹੀਂ ਹੋ ਸਕਦੀ। ਸਾਨੂੰ ਤੇ ਮੰਗ ਜਿਹੜੀ ਆ ਉਹ ਪੂਰੀ ਚਾਹੀਦੀ ਆ, ਜਿਹੜੀ ਮੰਗ ਮੈਂ ਮੰਗ ਰਿਹਾ ਉਹ ਦੇ ਦੇ। ਭੂਖੇ ਭਗਤ ਨਾ ਕੀਜੇ, ਆ ਮਾਲਾ ਸਾਡੇ ਕੋਲ ਨਹੀਂ ਫੇਰੀ ਜਾ ਸਕਦੀ। ਜੇ ਮਾਲਾ ਆਪਨੀ ਲੀਜੇ ਹੂੰ ਮਾਂਗੋ ਸੰਤਨ ਰੇਨਾ, ਮੈਂ ਨਹੀਂ ਕਿसी का देना। ਮਾਧੋ ਕੈਸੀ ਬਨੇ ਤੁਮ ਸੰਗੇ, ਆਪ ਨਾ ਦਿਓ ਤਾਂ ਲੇਵੋ ਮੰਗੇ। ਮੈਨੂੰ ਤੇ ਦੋਏ ਸਿਰ ਮੰਗੋ ਚੂਨਾ, ਚੂਨਾ ਕਹਿੰਦੇ ਆਟੇ ਨੂੰ। ਪਹਿਲਾਂ ਤੇ ਮੈਨੂੰ ਆਟਾ ਚਾਹੀਦਾ ਹੀ, 2 ਸਿਰ। ਤੇ ਜੇ ਬਾਬਾ ਕਬੀਰ ਸਾਹਿਬ ਦੀ ਹਾਲਤ ਸਾਡੇ ਵਾਲੀ ਆ ਤੇ ਫਿਰ ਭਗਤੀ ਕਿੱਥੇ ਗਈ? ਇਹੀ ਤੇ ਮੰਗਾਂ ਸਾਡੀਆਂ
ਤੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜਾ ਬੰਦਾ ਤ੍ਰਿਸ਼ਨਾ ਦੇ ਅਧੀਨ ਆ ਉਹ ਭਗਤੀ ਨਹੀਂ ਕਰ ਸਕਦਾ, ਕਿਉਂਕਿ ਗੁਰਬਾਣੀ ਦੇ ਵਿੱਚ ਤ੍ਰਿਸ਼ਨਾ ਵਾਲੇ ਬੰਦੇ ਨੂੰ ਲੋਭੀ ਆਖਿਆ ਗੁਰੂ ਸਾਹਿਬ ਨੇ। ਤੇ ਗੁਰਬਾਣੀ ਕਹਿੰਦੀ ਆ ਲੋਭੀ ਕਾ ਵੈਸਾਹ ਨਾ ਕੀਜੈ, ਜੇ ਕਾ ਪਾਰ ਵਸਾਏ। ਲੋਭੀ ਬੰਦੇ ਦਾ ਤੇ ਵਸਾਹ ਨਹੀਂ ਕਰਨਾ ਚਾਹੀਦਾ, ਉਹਦੇ ਤੇ ਕੀ ਭਰੋਸਾ, ਕੀ ਵਸਾਹ ਲੋਭੀ ਬੰਦੇ ਦਾ। ਫਿਰ ਗੁਰੂ ਪਾਤਸ਼ਾਹ ਕਹਿੰਦੇ ਆ ਵੀ ਇਹ ਜਿਹੜੇ ਦੁਨਿਆਵੀ ਪਦਾਰਥ ਆ ਨਾ, ਇਹ ਝੂਠੇ ਆ ਬੰਦਿਆ। ਜਿਹੜਾ ਬੰਦਾ ਇਹ ਦੁਨਿਆਵੀ ਪਦਾਰਥਾਂ ਦੇ ਵਿੱਚ ਉਲਝ ਜਾਏਗਾ, ਆਤਮਕ ਮੌਤੇ ਮਰ ਜਾਏਗਾ, ਕਿਉਂਕਿ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੇ ਘੜੀ ਨਾ ਲਾਗੇ। ਇਹ ਗੁਰਬਾਣੀ ਦੇ ਬਚਨ ਆ। ਫਿਰ ਗੁਰੂ ਸਾਹਿਬ ਕਹਿੰਦੇ ਆ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਕਿੰਨੇ ਬਚਨ ਆ ਗੁਰਬਾਣੀ ਦੇ, ਵੇਖੋ। ਫਿਰ ਗੁਰੂ ਪਾਤਸ਼ਾਹ ਕਹਿੰਦੇ ਵੇਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ। ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਕਿਵੇਂ ਉਤਰਦੀ ਆ? ਆਟੇ ਤੇ ਦਾਲ ਦੇ ਨਾਲ, ਮੰਜਾ ਮਿਲੇ, ਬਿਸਤਰਾ ਮਿਲੇ, ਲੂਣ ਤੇਲ ਹੋਵੇ। ਫਿਰ ਇਹ ਮੰਗਾਂ ਬਹੁਤ ਜ਼ਰੂਰੀ ਆ, ਪਰ ਮੰਗਾਂ ਦੀ ਕਦੇ ਲਕੀਰ ਨਹੀਂ ਖਿੱਚੀ ਜਾ ਸਕਦੀ। ਮੈਂ ਬੇਨਤੀ ਕਰਾਂ, ਮੰਜਾ ਨਾ ਵੀ ਹੋਵੇ ਤੇ ਤਾਂ ਵੀ ਸਰ ਸਕਦਾ, ਕਿਉਂਕਿ ਸਿੰਘ ਜੰਗਲਾਂ 'ਚ ਰਹੇ, ਮੰਜੇ ਨਹੀਂ ਚੁੱਕੀ ਫਿਰਦੇ। ਉੱਥੇ ਉਹਨਾਂ ਦੇ ਕੋਲ ਆਟਾ ਤੇ ਦਾਲਾਂ ਵੀ ਨਹੀਂ ਸੀ, ਰੁੱਖਾਂ ਦੇ ਪੱਤੇ ਖਾ ਲੈਂਦੇ ਸੀ ਤੇ ਉਹਦੇ ਨਾਲ ਹੀ ਗੁਜ਼ਾਰਾ ਚੱਲੀ ਜਾਂਦਾ ਸੀ। 8-8 ਮਹੀਨੇ ਦੇ ਘੇਰੇ 'ਚ ਰਹੇ ਆ ਸਿੱਖ। ਫਿਰ ਇਹ ਸ਼ਬਦ ਦੇ ਅਰਥ ਕੀ ਆ ਤੇ ਬਾਬਾ ਕਬੀਰ ਸਾਹਿਬ ਕਹਿਣਾ ਕੀ ਚਾਹੁੰਦੇ ਆ? ਅਸਲ ਦੇ ਵਿੱਚ ਜਦੋਂ ਆਪਾਂ ਪਹਿਲੀ ਪੰਗਤੀ ਦੇ ਅਰਥ ਕਰਦੇ ਆ ਨਾ, ਤੇ ਇਹ ਰਾਗ ਸੂਰਠ ਦੇ ਵਿੱਚ ਸ਼ਬਦ ਆ। ਇੱਕ ਸ਼ਬਦ ਹੈਗਾ ਵਾ ਆਸਾ ਰਾਗ ਦੇ ਵਿੱਚ, ਕਰਵਤ ਭਲਾ ਨਾ ਕਰਵਟ ਤੇਰੀ। ਇੱਥੇ ਬਾਬਾ ਕਬੀਰ ਸਾਹਿਬ ਦਾ ਸ਼ਬਦ ਆ ਵੀ ਹੇ ਪਰਮਾਤਮਾ, ਮੈਨੂੰ ਨਾ ਭਾਵੇਂ ਸਰੀਰ ਤੇ ਆਰਾ ਰੱਖ ਕੇ 2 ਫਾੜ ਕੋਈ ਕਰ ਦਵੇ, ਸਰੀਰ ਚੀਰ ਦੇ, ਪਰ ਤੇਰੇ ਨਾਲੋਂ ਪ੍ਰੀਤ ਨਾ ਕਿਤੇ ਟੁੱਟ ਜਾਏ, ਮੇਰਾ ਸਰੀਰ ਨਾਸ ਹੋ ਜਾਏ। ਤੇ ਇੱਥੇ ਬਾਬਾ ਕਬੀਰ ਸਾਹਿਬ ਜੀ ਸਿਰਫ ਆ ਦੁਨਿਆਵੀ ਪਦਾਰਥਾਂ ਦੇ ਵਿੱਚ ਉਲਝੇ ਪਏ ਆ। ਉੱਥੇ ਬਾਬਾ ਕਬੀਰ ਸਾਹਿਬ ਆਸਾ ਰਾਗ 'ਚ ਕਹਿੰਦੇ ਆ ਵੀ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੇ ਤਾਂ ਅੰਗ ਨਾ ਮੋਰੂ। ਮੈਂ ਤੇ ਇੱਕ ਪੈਰ ਨਹੀਂ ਪਿੱਛੇ ਹਟਾਉਂਦਾ, ਭਾਵੇਂ ਮੇਰਾ ਸਰੀਰ ਨਾ ਚੀਰਿਆ ਜਾਏ, ਤੇਰੇ ਨਾਲ ਮੇਰੀ ਪ੍ਰੀਤ ਇਹੋ ਜਿਹੀ ਆ, ਪਿੰਡ ਪਰੇ ਤੋਂ ਪ੍ਰੀਤ ਨਾ ਤੋਰੂ। ਸੱਚੇ ਪਾਤਸ਼ਾਹ, ਜੇ ਕਿਤੇ ਸਰੀਰ ਵੀ ਲੇਖੇ ਚਲਾਉਣਾ ਪਵੇ ਤੇ ਮੈਂ ਕਦੇ ਆਪਣੀ ਪ੍ਰੀਤ ਨਹੀਂ ਤੋੜਾਂਗਾ, ਕਦੇ ਮੈਂ ਆਪਣੀ ਪ੍ਰੀਤ ਨਹੀਂ ਛੱਡਾਂਗਾ। ਫਿਰ ਬਾਬਾ ਕਬੀਰ ਸਾਹਿਬ ਕਹਿਣਾ ਕੀ ਚਾਹੁੰਦੇ ਆ? ਇਹ ਜਦੋਂ ਆਪਾਂ ਸ਼ਬਦ ਦੀ ਪਹਿਲੀ ਤੁਕ ਪੜ੍ਹਦੇ ਆ ਨਾ, ਭੂਖੇ ਭਗਤ ਨਾ ਕੀਜੈ, ਤੇ ਆਪਾਂ ਫਸਟ ਪਰਸਨ ਦੇ ਵਿੱਚ ਚਲੇ ਜਾਂਦੇ ਆ ਵੀ ਬਾਬਾ ਕਬੀਰ ਸਾਹਿਬ ਕਹਿੰਦੇ ਆ ਮੇਰੇ ਕੋਲ ਭੁੱਖਿਆਂ ਭਗਤੀ ਨਹੀਂ ਹੁੰਦੀ। ਪਰ ਜਦੋਂ ਇਸ ਪੰਗਤੀ ਦੇ ਅਰਥ ਸੈਕੰਡ ਪਰਸਨ ਦੇ ਵਿੱਚ ਚਲੇ ਜਾਣਗੇ ਨਾ, ਵੀ ਭੁੱਖੇ ਭਗਤ ਨਾ ਕੀਜੈ, ਹੇ ਤਰਸਾਲੂ ਬੰਦੇ, ਭੁੱਖੇ ਬੰਦੇ, ਇੱਦਾਂ ਭਗਤੀ ਨਹੀਂ ਹੋ ਸਕਦੀ ਜਿਹੜੀ ਭਗਤੀ ਤੂੰ ਕਰਨੀ ਚਾਹੁੰਦਾ। ਆਪਾਂ ਭਗਤੀ ਕਿੱਦਾਂ ਦੀ ਕਰਨੀ ਚਾਹੁੰਦੇ ਆ ਭਲਾ? ਸਾਡੀ ਵੀ ਭਗਤੀ ਇਸੇ ਤਰ੍ਹਾਂ ਦੀ ਆ ਜਿਹਦੇ ਤੋਂ ਬਾਬਾ ਕਬੀਰ ਸਾਹਿਬ ਖੰਡਨ ਕਰ ਰਹੇ ਤੇ ਰੱਦ ਕਰ ਰਹੇ ਆ, ਮਨਾ ਕਰ ਰਹੇ ਆ। ਇਸ ਸ਼ਬਦ ਦੇ ਵਿੱਚ ਜਿਹੜੀ ਭਗਤੀ ਤ੍ਰਿਸ਼ਨਾ ਦੇ ਅਧੀਨ ਆ ਨਾ, ਉਹਨੂੰ ਬਾਬਾ ਕਬੀਰ ਸਾਹਿਬ ਨੇ ਰੱਦ ਕੀਤਾ ਵੀ ਇਹੋ ਜਿਹੀ ਭਗਤੀ ਨਹੀਂ ਚਾਹੀਦੀ ਜਿਹੜੀ ਆ ਆਟੇ ਦਾਲ ਦੇ ਦੁਆਲੇ ਤੱਕ ਹੀ ਰਵੇ। ਇਹ ਭਗਤੀ ਥੋੜ੍ਹੀ ਆ। ਨਾ ਕਦੇ ਬੰਦੇ ਦੀਆਂ ਮੰਗਾਂ ਪੂਰੀਆਂ ਹੋ ਸਕਦੀਆਂ ਤੇ ਨਾ ਕਦੇ ਮੰਗਾਂ ਦੀ ਲਕੀਰ ਖਿੱਚੀ ਜਾ ਸਕਦੀ ਆ। ਮੰਨ ਲਓ ਵੀ ਮੇਰੇ ਕੋਲ ਇੱਕ ਘੜੀ ਆ ਗੁੱਟ ਤੇ ਵੱਜੀ, ਤੇ ਘੜੀ ਤੋਂ ਬਿਨਾਂ ਵੀ ਸਰ ਸਕਦਾ, ਤੇ ਜੇ ਘੜੀ ਚਾਹੀਦੀ ਆ ਤੇ ਫਿਰ ਹੋਰ ਵੀ ਮੰਗਾਂ ਬਹੁਤ ਹੋ ਸਕਦੀਆਂ। ਮੰਗਾਂ ਦੀ ਤੇ ਕਦੇ ਲਕੀਰ ਖਿੱਚੀ ਨਹੀਂ ਜਾ ਸਕਦੀ, ਮੰਗਾਂ ਤੇ ਕਦੇ ਪੂਰੀਆਂ ਹੁੰਦੀਆਂ ਹੀ ਨਹੀਂ ਬੰਦੇ ਦੀਆਂ। ਹੁਣ ਸਾਡੀ ਜਿਹੜੀ ਹਾਲਤ ਆ ਇਹ ਵੀ ਇਸੇ ਤਰ੍ਹਾਂ ਹੀ ਆ। ਹੁਣ ਅਖੰਡ ਪਾਠ ਸਾਹਿਬ ਕੀ ਆ, ਆਪਾਂ ਅਖੰਡ ਪਾਠ ਸਾਹਿਬ ਕਰਾਇਆ ਤੇ ਇੱਕ ਸਾਡਾ ਕੇਂਦਰ ਬਿੰਦੂ ਆ ਵੀ ਸੱਚੇ ਪਾਤਸ਼ਾਹ ਬੱਚਾ ਨੌਕਰੀ ਤੇ ਲੱਗ ਜਾਏ ਤੇ ਅਖੰਡ ਪਾਠ ਸਾਹਿਬ ਕਰਾਵਾਂਗੇ। ਕਿੱਥੇ ਆ ਭਗਤੀ?
ਭਗਤੀ ਦਾ ਐਂਗਲ ਕਿਤੇ ਰਹਿ ਗਿਆ ਤੇ ਸਾਡਾ ਕੇਂਦਰ ਬਿੰਦੂ ਕਿੱਥੇ ਰਹਿ ਗਿਆ। ਸਾਡੇ ਕੋਲ ਤੇ ਸਿਰਫ ਕੇਂਦਰ ਬਿੰਦੂ ਕਿੱਥੇ ਟਿਕੇ, ਆਪਾਂ ਇੱਕ ਨੌਕਰੀ ਦੇ ਉੱਤੇ ਵੀ ਇਹ ਕੰਮ ਹੋ ਜੇ ਤੇ ਆਹ ਕੰਮ ਅਸੀਂ ਕਰਾਂਗੇ। ਆ ਜਿਹੜਾ ਘਰ ਬਣ ਰਿਹਾ ਨਾ, ਕਿਤੇ ਇਹ ਬਣ ਜਾਏ ਤੇ ਬਾਬਾ ਸੁਖਮਨੀ ਸਾਹਿਬ ਦਾ ਪਾਠ ਕਰਾ ਦਿਆਂਗੇ। ਇਹ ਭਗਤੀ ਆ। ਇਹੋ ਜਿਹੀ ਭਗਤੀ ਬਾਬਾ ਰੱਦ ਕਰ ਰਿਹਾ ਗੁਰਬਾਣੀ ਦੇ ਵਿੱਚ। ਬਾਬਾ ਕਬੀਰ ਸਾਹਿਬ ਕਹਿੰਦੇ, ਹੇ ਤਰਸਾਲੂ ਬੰਦੇ, ਹੇ ਪੰਡਤ, ਜਿਹੜੀ ਭਗਤੀ ਤੂੰ ਕਰ ਰਿਹਾ ਨਾ, ਭੁੱਖ ਦੇ ਅਧੀਨ, ਤ੍ਰਿਸ਼ਨਾ ਦੇ ਅਧੀਨ ਰਹਿ ਕੇ ਭੂਖੇ ਭਗਤ ਨਾ ਕੀਜੇ। ਇਹੋ ਜਿਹੀ ਭਗਤੀ ਨਾ ਕਰ, ਨਾ ਤੇ ਮੈਂ ਕਰਦਾ ਨਾ ਤੂੰ ਹੀ ਕਰ। ਇਹੋ ਜਿਹੀ ਭਗਤੀ ਦੇ ਵਿੱਚ ਰੱਬ ਨਹੀਂ ਮਿਲਦਾ ਹੁੰਦਾ। ਗੁਰਬਾਣੀ ਤੇ ਜੀਵਨ ਜਾਂਚ ਆ। ਗੁਰਬਾਣੀ ਨੂੰ ਤੇ ਜੀਵਨ ਦੇ ਉੱਤੇ ਲਾਗੂ ਕਰਨਾ, ਰਾਤ ਵੀ ਆਪਾਂ ਵਿਚਾਰ ਸਾਂਝੇ ਕੀਤੇ। ਗੁਰਬਾਣੀ ਜੀਵਨ ਜਾਂਚ ਆ, ਗੁਰਬਾਣੀ ਸਾਧ ਸੰਗਤ ਤ੍ਰਿਸ਼ਨਾ ਨਹੀਂ। ਤੇ ਗੁਰਬਾਣੀ ਮੰਗਾਂ ਵਾਸਤੇ ਨਹੀਂ ਕਿ ਵੀ ਸਾਡੀਆਂ ਮੰਗਾਂ ਪੂਰੀਆਂ ਹੋ ਜਾਣ। ਆਪਾਂ ਮੰਗਾਂ ਵਾਸਤੇ ਗੁਰੂ ਪਾਤਸ਼ਾਹ ਦੇ ਚੱਕਰ ਕੱਢਦੇ ਰਹੀਏ ਤੇ ਸਾਡੀ ਲਿਸ਼ਟੀ ਇਸੇ ਚੱਕਰ ਦੇ ਵਿੱਚ ਹੁੰਦੀ ਆ। ਸੱਚੇ ਪਾਤਸ਼ਾਹ ਬੱਚਾ, ਬੱਚੇ ਤੋਂ ਬਾਅਦ ਬੱਚੇ ਦੀ ਪੜ੍ਹਾਈ, ਪੜ੍ਹਾਈ ਤੋਂ ਬਾਅਦ ਬੱਚੇ ਦਾ ਵਿਆਹ, ਫਿਰ ਨੌਕਰੀ, ਫਿਰ ਪੋਤਾ, ਫਿਰ ਪੜਪੋਤਾ, ਉਦੋਂ ਨੂੰ ਜ਼ਿੰਦਗੀ ਚਲੀ ਜਾਂਦੀ। ਰਹਿ ਗਈ ਨਾ ਮੰਗ ਹੀ ਅੰਦਰ। ਤੇ ਗੁਰੂ ਪਾਤਸ਼ਾਹ ਕਹਿੰਦੇ ਇਹ ਮੰਗਾਂ ਨੂੰ ਲੈ ਕੇ ਆਪਾਂ ਧਰਮ ਦੇ ਨਾਲ ਜੁੜੇ ਆ। ਜੇ ਕਿਤੇ ਆ ਗੱਲ ਸਾਨੂੰ ਸਮਝ ਦੇ ਵਿੱਚ ਆ ਜੇ ਨਾ ਵੀ ਅਸਲ ਦੇ ਵਿੱਚ ਗੁਰਬਾਣੀ ਜਿਹੜੀ ਇਹ ਗੱਲ ਹੋਰ ਕਰ ਰਹੀ ਆ ਤੇ ਸਾਡਾ ਕੋਈ ਕੇਂਦਰ ਬਿੰਦੂ ਹੋ ਰਿਹਾ, ਗੁਰਬਾਣੀ ਕਿਸੇ ਐਂਗਲ ਤੋਂ ਗੱਲ ਕਰਦੀ ਆ, ਤੇ ਮੈਨੂੰ ਲੱਗਦਾ ਅੱਧੀ ਇੱਕ ਭੀੜ ਘਟ ਜਾਏ ਗੁਰਦੁਆਰਿਆਂ ਦੇ ਵਿੱਚ ਵੀ ਇਹ ਕੀ ਗੱਲ ਹੋਈ। ਹੁਣ ਬਾਬਾ ਕਬੀਰ ਸਾਹਿਬ ਕਹਿੰਦੇ, ਭੂਖੇ ਭਗਤ ਨਾ ਕੀਜੈ, ਜੇ ਮਾਲਾ ਆਪਣੀ ਲੀਜੇ। ਆ ਜਿਹੜੀ ਮਾਲਾ ਤੂੰ ਮੈਨੂੰ ਦੇ ਰਿਹਾ, ਪ੍ਰੇਰਨਾ ਕਰ ਰਿਹਾ ਨਾ, ਇਹ ਮਾਲਾ ਮੈਨੂੰ ਨਹੀਂ ਚਾਹੀਦੀ। ਮੈਂ ਮਾਲਾ ਤੋਂ ਬਹੁਤ ਦੂਰ ਹਾਂ। ਮਾਲਾ ਆਪਣੇ ਕੋਲ ਰੱਖ, ਕਿਉਂਕਿ ਇਹ ਮਾਲਾ ਧਰਮ ਦਾ ਹਿੱਸਾ ਨਹੀਂ। ਇਹਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭੁੱਖਿਆ ਤਰਸਾਲੂਆ, ਤੂੰ ਮਾਲਾ ਫੇਰ ਕੇ ਮੰਗ ਕੀ ਰਿਹਾ ਵਾ? ਮੰਗ ਤੇ ਤੇਰੇ ਅੰਦਰ ਕੋਈ ਹੋ ਰਿਹਾ। ਬੈਠਾ ਤੂੰ ਭਗਤੀ ਦੇ ਵਿੱਚ ਆ ਵੀ ਮੈਂ ਭਗਤੀ ਕਰ ਰਿਹਾ, ਭੁਲੇਖਾ ਭਗਤੀ ਦਾ ਪੈ ਰਿਹਾ, ਪਰ ਅੰਦਰ ਮੰਗ ਕੋਈ ਹੋਰ ਰੱਖ ਕੇ ਬੈਠਾ ਵੀ ਨਹੀਂ ਇੰਨੀ ਕੁ ਚੀਜ਼ ਆ ਜਾਏ ਨਾ, ਵੇਖਣ ਵਾਲਾ ਬੰਦਾ ਕਵੇ ਵੀ ਬੰਦਾ ਭਗਤ ਆ, ਬੰਦਾ ਤੇ ਰੱਬ ਦਾ ਰੂਪ ਆ, ਪਰ ਅੰਦਰ ਖਿੱਚ ਕੁਛ ਹੋਰ ਹੋਵੇ ਤੇ ਬਗਲੇ ਵਾਲਾ ਕੰਮ ਹੋਇਆ। ਬਗਲਾ ਬੈਠਾ ਤੀਰਥ ਦੇ ਕਿਨਾਰੇ ਤੇ ਭਗਤੀ ਕਰਦਾ। ਗੁਰੂ ਸਾਹਿਬ ਕਹਿੰਦੇ ਬਗਲੇ ਨੂੰ ਕਿਤੇ ਵੇਖੋ ਇੱਕ ਲੱਤ ਦੇ ਭਾਰ ਖਲੋਤਾ ਹੁੰਦਾ, ਕਦੇ ਵੇਖਿਓ ਤੀਰਥ ਦੇ ਕਿਨਾਰੇ ਤੇ ਛੱਪੜਾਂ ਦੇ ਕਿਨਾਰਿਆਂ ਦੇ ਉੱਤੇ ਬਗਲਾ ਇੱਕ ਲੱਤ ਚੁੱਕ ਕੇ ਖਲੋਤਾ ਹੁੰਦਾ ਤੇ ਵੇਖਣ ਨੂੰ ਲੱਗਦਾ ਵੀ ਵਾਹ ਬੜਾ ਭਗਤ ਆਏ। ਤੇ ਜਦੋਂ ਥੋੜਾ ਜਿਹਾ ਪਾਣੀ ਦੇ ਵਿੱਚ ਕੋਈ ਜੀਵ ਹਿੱਲਦਾ ਨਾ, ਉਹ ਪਾਣੀ ਦੇ ਵਿੱਚੋਂ ਹੀ ਚੁੰਝ ਮਾਰ ਕੇ ਖਿੱਚ ਲੈਂਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੁਣ ਸੱਜਣ ਜਦ ਬੈਠਾ ਆਪਣੇ ਘਰ ਦੇ ਵਿੱਚ ਤੇ ਸੱਜਣ ਦਾ ਕੇਂਦਰ ਬਿੰਦੂ ਭਗਤੀ ਆ। ਉਹ ਤਿਲਕ ਲਾ ਰਿਹਾ, 12 ਤਿਲਕ ਲਾਉਂਦਾ। ਘਰ ਦੇ ਵਿੱਚ ਮੰਦਰ ਤੇ ਮਸੀਤ ਵੀ ਬਣਾਈਆਂ, ਪਰ ਆਖਰਕਾਰ ਜਦੋਂ ਉਹ ਬੈਠਦਾ ਤੇ ਭੁਲੇਖਾ ਇਹੋ ਹੀ ਪੈਂਦਾ ਵੀ ਇਹ ਬੰਦਾ ਬੜਾ ਵੱਡਾ ਸਾਧੂ ਆਏ, ਇਹਦੇ ਵਰਗਾ ਰੱਬ ਹੋਰ ਹੋ ਹੀ ਨਹੀਂ ਸਕਦਾ, ਇਹ ਰੱਬ ਦਾ ਦੂਜਾ ਰੂਪ ਆ। ਪਰ ਆਖਰ ਕੀ ਆ ਭੁਲੇਖਾ? ਉਹਦੇ ਅੰਦਰ ਦੀ ਜਿਹੜੀ ਖਿੱਚ ਉਹ ਇਹ ਆ ਵੀ ਅੱਜ ਕਿਹੜਾ ਗਾਹਕ ਆਉਂਦਾ ਤੇ ਕਿਹੜੇ ਗਾਹਕ ਨੂੰ ਮੈਂ ਅੱਜ ਹਲਾਲ ਕਰਾਂ, ਕਿਹਨੂੰ ਲੁੱਟਾਂ। ਭਾਵਨਾ ਤੇ ਲੁੱਟਣ ਦੀ ਅੰਦਰ ਹੈ, ਪਰ ਵਿਖਾਵਾ ਇੱਕ ਭਗਤੀ ਦਾ ਹੋ ਰਿਹਾ। ਗੁਰਬਾਣੀ ਇਹੋ ਜਿਹੇ ਵਿਖਾਵੇ ਨੂੰ ਪ੍ਰਵਾਨ ਨਹੀਂ ਕਰਦੀ, ਸਮਝਣਾ ਪਏਗਾ ਇਹ। ਹੁਣ ਸਾਡੇ ਅੰਦਰ ਸੁਖਮਨੀ ਸਾਹਿਬ ਦਾ ਪਾਠ ਆਪਾਂ ਕਰ ਰਹੇ ਹੋਈਏ ਤੇ ਗੱਲ ਜੀਵਨ ਜਾਂਚ ਦੀ ਨਾ ਹੋਵੇ, ਗੱਲ ਸਿਰਫ ਇੰਨੀ ਕੁ ਹੋਵੇ ਵੀ ਆ ਕਾਰਜ ਆ ਇੱਕ ਸੱਚੇ ਪਾਤਸ਼ਾਹ ਇਹ ਪੂਰਾ ਹੋਣਾ ਚਾਹੀਦਾ। ਇਹਨੂੰ ਭਗਤੀ ਦੇ ਨਾਲ ਨਹੀਂ ਜੋੜਿਆ ਜਾ ਸਕਦਾ, ਤ੍ਰਿਸ਼ਨਾ ਦੇ ਨਾਲ ਜੋੜਿਆ ਜਾ ਸਕਦਾ। ਬੰਦਾ ਤਰਸ਼ਾਲੂ ਆ। ਗੁਰਬਾਣੀ ਜੀਵਨ ਜਾਂਚ ਆ। ਬਾਬਾ ਕਬੀਰ ਸਾਹਿਬ ਕਹਿੰਦੇ ਆ, ਹੇ ਤਰਸਾਲੂ ਬੰਦੇ,
मैं ते सिर्फ परमात्मा दे चरना दी धूड़ मंगदा हूँ। मांगो संतन नेरा मेरी आ मांगी। मैनू ते परमात्मा दे सत संगियां दे चरना दी धूड़ चाहिदी आ। मैनू आ कुछ नहीं चाहिदा पंडता जिहड़ी तू मंग मंग के बैठा ना, जिहड़ी तेरे अंदर विचारिया मैं इस विचार धारा तो बहुत दूर हाँ। मेरी ते परमात्मा दे अगे यही जोदड़ी आ भी जो तन चीरे तां अंग ना मोरू, मेरा ते शरीर चीरिया जावे ते मैं तां नहीं प्रीत छड्डदा रब दे नालों। मेरी किते प्रीत आटे ते चौलां तक ही बैठी आ। मेरी सोच इथों तक ही आ भी मैनू आ दुनियावी मंगां पूरियां हो जाण ते बस यही परमात्मा दी भगती आ। फिर बाबा कबीर साहब कहिंदे सिर्फ तरसालू बंदे एक गल दा ख्याल रख, माधो कैसी बने तुम संगे परमात्मा दे नाल, मेरी ऐसी बनी आ जिस करके मैनू संग नहीं लगदी ते तेरे तो मैनू आस कोई नहीं। मेरी आस आ परमात्मा दी, परमात्मा दे कोलों। जे मैनू मंग दी लोड़ पई ते मैं रब दे कोलों मंग लवांगा। मैनू रब दे कोलों मंगण च कोई संग नहीं। आप ना दिओ तां लेबू मंगे। हे तरसालू बंदे मैनू आ प्रेरणा ना दे, जे तू नहीं दे सकदा ते रब ते बैठा ना देण वास्ते उहदे तो मंग सकदा मैं। ते विचलियां चीज़ां जिहड़ियां गणाइयां ये सिर्फ तरसालू बंदे वास्ते आ भी तू आ कुछ मंग रिहा। तेरी मंग इथों कताकी आ भी दोए सिर मांगो चूना, पाओ घ्यो संग लूना। ये भगती नहीं प्यारिया, इन्नी क मंग दे नाल भगती नहीं पूरी हो सकती ते ना तृष्णा ही पूरी हो सकती। तृष्णा होर वधेगी। ते तू एक काम कर, अखीर दे उत्ते कहिंदे आ बाबा कबीर साहब भी मेरा मन परमात्मा दे चरनां दे विच मन गया। कह कबीर मन मानिया, मन मानिया तो हर जानिया। मन मन्ने दा भाविया। मैनू गल समझ दे विच आ गई रब दी। ते जिहड़ी गल मैनू समझ दे विच आई आ, भलिया किते तैनू भी समझ दे विच आ जे। बाबा कबीर साहब कहिंदे जदों मैनू रब दी भगती दी गल समझ च आई ना भी ये रब दी भगती नहीं, रब दी भगती ते हो रहा ते बंदे दी मंग कुछ हो रहा ते बंदा अपनी मंग नूं भगती दे नाल जोड़ी जा रहा। हुण मान लिया जाए एक बंदा गुरुद्वारा साहब आया ते उन्हें 1 घंटा सेवा की, लंगर दे भांडे मांज रहा। उन्होंने पुछया भी तू 1 घंटा लंगर की सेवा की, भांडे मांजिया, की कारण सी? बड़ी सेवा की। वो बंदा कहेगा मैं तो किसी नूं मिलण आया सी ते बंदा लेट हो गया, मैं सोचा चलो घंटा की सेवा ही कर लैने आ, बंदे नूं मिलना। हुण दसो भी सेवा सी कि जां सिर्फ एक बंदे नूं मिलण दी भावना सी अंदर। हुण ओहदी अपनी जिहड़ा ओहदा केंद्र बिंदु आ उहदे कुछ हो रहा, वो सेवा वास्ते नहीं सी आया, ना सेवा वास्ते उन्हें मन बनाया सी। पर गल इन्नी कि सी भी समा उहदे कोल इन्ना क है सी, उन्हें सोचिया भी आपां करना की आ। जे सिर्फ भावना सेवा दी हुंदी फिर गल होर सी, भावना होर सी। गुरुद्वारे बंदा बैठा पाठ कर रहा ते जे उन्होंने कोई पूछे भी तू चेचा पाठ करन वास्ते आया गुरुद्वारे, भी बड़ा वड्डा भगत आ तू ते चल के गुरुद्वारा साहब आया, वो चेचे तौर पर टाइम कढ़िया ही। तो वह बंदा आखे भी नहीं मैं तो किसी के कोलों रुपये लैने सी, वो कहता भी गुरुद्वारे दे देंगे, उत्थे जाके बई बंदे की ढीक कर रहे सी ते अद्धा क घंटा मिलिया जपजी साहब का पाठ ही कर लिया बस। की आई केंद्र बिंदु की आ ते भगती का एंगल की आ? वो बंदे ने भगती वास्ते जपजी साहब का पाठ किया कि बंदे के कोलों रुपये लैने ही उहदे वास्ते पाठ हो रहा ही है। बस आ गल साडी समझ दे विच आ जे भी आपां कर की रहे हैं, साडी भावना कित्थे टिकी आ। ते जिस तरह की साडे अंदर दी भावना, इसे तरह की साध संगत आपां बाबा कबीर साहब जी की समझ के बह गए भी शायद बाबा कबीर साहब भी उन्हां दी गल बन नहीं रही। बाकी इस शब्द नूं फिर किते गौह दे नाल पढ़िओ भी बाबा कबीर साहब दे घर दे विच 4 मैंबर आ।
ਇੱਕ ਤੇ ਬਾਬਾ ਕਬੀਰ ਸਾਹਿਬ ਤੇ ਇੱਕ ਉਹਨਾਂ ਦਾ ਲੜਕਾ, ਇੱਕ ਉਹਨਾਂ ਦੀ ਲੜਕੀ ਆ ਤੇ ਇੱਕ ਉਹਨਾਂ ਦੀ ਘਰ ਵਾਲੀ ਆ, 4 ਜੀ ਆ। ਤੇ ਬਾਬਾ ਕਬੀਰ ਸਾਹਿਬ ਮੰਜੇ ਦੀ ਮੰਗ ਕਰ ਰਹੇ ਆ ਵੀ ਮੈਨੂੰ ਇੱਕ ਮੰਜਾ ਦੇ ਦੇ। ਜੇ ਕਿਸੇ ਟੱਬਰ ਦੇ 4 ਜੀ ਹੋਣ ਤੇ ਟੱਬਰ ਦਾ ਮੁਖੀਆ ਆਖੇ ਵੀ ਸਾਡੇ ਘਰ ਦੇ ਵਿੱਚ ਤੇ ਸੌਣ ਨੂੰ ਕੋਈ ਥਾਂ ਨਹੀਂ, ਕੋਈ ਮੰਜਾ ਨਹੀਂ, ਬਿਸਤਰਾ ਨਹੀਂ, ਤੇ ਕਦੇ ਸੋਚਿਆ ਵੀ ਬੰਦਾ ਆਖੇ ਵੀ ਚਲੋ ਮੈਨੂੰ ਤੇ ਮਿਲ ਜੇ, ਬਾਕੀ ਟੱਬਰ ਭਾਵੇਂ ਜ਼ਮੀਨ ਤੇ ਹੀ ਸੁੱਤਾ ਰਵੇ, ਇਹਨਾਂ ਦੀ ਕਿਹੜੀ ਗੱਲ ਹੈ, ਨਾ ਵੀ ਇਹਨਾਂ ਨੂੰ ਮੰਜੀ ਮਿਲੇ, ਇੱਦਾਂ ਹੁੰਦੀ ਭਲਾ? ਜੇ ਬੰਦੇ ਦੇ ਘਰ 4 ਜੀ ਆ ਤੇ ਮੰਜੀਆਂ 4 ਹੀ ਮੰਗੇਗਾ ਨਾ, ਵੀ ਸਾਡੇ 4 ਜੀ ਆ, 4 ਮੰਜੀਆਂ ਚਾਹੀਦੀਆਂ ਸਾਨੂੰ। ਤੇ ਚਲੋ ਜੇ ਮੰਗਣੀ ਹੋਵੇ, ਆ 4 ਰਜਾਈਆਂ ਤੇ ਤਲਾਈਆਂ ਚਾਹੀਦੀਆਂ। ਤੇ ਬਾਬਾ ਕਬੀਰ ਸਾਹਿਬ ਨੂੰ ਆਪਣਾ ਹੀ ਫਿਕਰ ਆ ਵੀ ਮੈਨੂੰ ਆ ਆਟਾ ਇੰਨਾ ਕੁ ਮਿਲ ਜੇ, ਦਾਲ ਮਿਲ ਜੇ, ਮੇਰੀ ਰੋਟੀ ਦਾ ਇੰਤਜ਼ਾਮ ਤੇ ਹੋ ਜੇ, ਤੇ ਬਾਕੀ ਟੱਬਰ ਕਿੱਥੇ ਜਾਏਗਾ? ਇਸ ਕਰਕੇ ਇਸ ਸ਼ਬਦ ਦੇ ਅਰਥ ਜਿਹੜੇ ਆ ਉਹ ਸਾਧ ਸੰਗਤ ਪੇਸ਼ਕਾਰੀ ਇਸ ਤਰ੍ਹਾਂ ਦੀ ਕੀਤੀ ਗਈ। ਇਹੋ ਜਿਹੇ ਕਈ ਸ਼ਬਦ ਗੁਰਬਾਣੀ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੇ ਬਾਰੇ ਵਿਚਾਰ ਨਹੀਂ ਕੀਤੀ ਜਾਂਦੀ, ਗਹੁ ਨਹੀਂ ਕੀਤਾ ਜਾਂਦਾ। ਇਹੋ ਜਿਹੇ ਸ਼ਬਦ ਜਿਵੇਂ ਭਗਤ ਧੰਨਾ ਜੀ ਦਾ ਸ਼ਬਦ ਵੀ ਆ ਵੀ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਹ ਸ਼ਬਦ ਵੀ ਆਪਾਂ ਅਗਲੀ ਵਾਰ ਨੂੰ ਵਿਚਾਰਾਂਗੇ ਵੀ ਇਹ ਸ਼ਬਦ ਦੇ ਵਿੱਚ ਭਗਤ ਧੰਨਾ ਜੀ ਦੀ ਕੀ ਮੰਗਿਆ, ਭਗਤ ਧੰਨਾ ਜੀ ਕਿੱਥੇ ਟਿਕੇ ਆ, ਉਹ ਕੀ ਵਿਚਾਰ ਕਰਨਾ ਚਾਹੁੰਦੇ ਆ, ਦੁਨੀਆ ਦੇ ਨਾਲ ਕੀ ਦੇਣਾ ਚਾਹੁੰਦੇ ਆ, ਤੇ ਆਪਾਂ ਕੀ ਸਮਝ ਕੇ ਬੈਠੇ ਆ ਵੀ ਗੁਰਬਾਣੀ ਇੱਥੋਂ ਕੁ ਤੱਕ ਹੀ ਆ। ਗੁਰਬਾਣੀ ਦੀ ਵਿਚਾਰ ਸਿਰਫ ਮੰਗ ਤੱਕ ਹੀ ਆ। ਗੁਰੂ ਸਾਹਿਬ ਇਹੋ ਜਿਹੀਆਂ ਮੰਗਾਂ ਨੂੰ ਵਾਰ-ਵਾਰ ਗੁਰਬਾਣੀ ਦੇ ਵਿੱਚ ਰੱਦ ਕਰ ਗਿਆ ਵੀ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੇ ਘੜੀ ਨਾ ਲਾਗੇ। ਇਹੋ ਜੀ ਮੰਗ ਨਾ ਮੰਗੋ ਬੰਦਿਆ, ਆਤਮਕ ਮੌਤੇ ਮਰ ਜਾਏਗਾ। ਇਹ ਜੀਵਨ ਜਾਂਚ ਨਹੀਂ ਪਿਆਰੇ, ਇਹਦੇ ਨਾਲ ਤੇਰੇ ਜੀਵਨ ਦਾ ਕੋਈ ਸੁਧਾਰ ਨਹੀਂ ਹੋਣਾ। ਤੇ ਗੁਰੂ ਕਿਰਪਾ ਕਰੇ, ਸਾਰੀ ਜ਼ਿੰਦਗੀ ਲੰਘ ਜਾਂਦੀ ਗੁਰਦੁਆਰੇ ਆਉਂਦਿਆਂ, ਤੇ ਸਾਰੀ ਜ਼ਿੰਦਗੀ ਲੰਘ ਜਾਂਦੀ ਸਾਡੀਆਂ ਮੰਗਾਂ ਮੰਗਦਿਆਂ, ਤੇ ਮੰਗਾਂ ਕਦੇ ਨਹੀਂ ਜੇ ਪੂਰੀਆਂ ਹੁੰਦੀਆਂ। ਬੰਦੇ ਨੇ ਕਦੇ ਨਹੀਂ ਆਖਿਆ ਵੀ ਆ ਗੱਡੀ ਮੈਨੂੰ ਮਿਲ ਗਈ ਆ ਤੇ ਹੁਣ ਮੇਰੀ ਮੰਗ ਪੂਰੀ ਹੋ ਗਈ। ਉਹ ਕਹਿੰਦਾ ਨਹੀਂ, ਇਹ ਨਿੱਕੀ ਆ, ਵੱਡੀ ਲਵਾਂਗੇ। ਤੇ ਜੇ ਵੱਡੀ ਮਿਲ ਗਈ ਤੇ ਫੇਰ ਮੰਗ ਹੁੰਦੀ ਆ ਵੀ ਨਹੀਂ, ਹੁਣ ਇਹਦੇ ਨਾਲੋਂ ਮਹਿੰਗੀ ਲਵਾਂਗੇ। ਤੇ ਜਦੋਂ ਨੂੰ ਮਹਿੰਗੀ ਲੈਣ ਦੀ ਸੋਚੀ, ਉਦੋਂ ਨੂੰ ਕੋਈ ਹੋਰ ਹੀ ਮਾਰਕੀਟ ਦੇ ਵਿੱਚ ਉਤਰ ਆਉਂਦੀ ਆ, ਮੰਗ ਦੀ ਲਕੀਰ ਖਿੱਚੀ ਜਾਏਗੀ। ਘਰ ਬੰਦੇ ਨੂੰ ਮਿਲ ਗਿਆ, ਮੰਗ ਸੀ, ਘਰ ਤੋਂ ਬਾਅਦ ਇੱਕ ਵੱਡਾ ਘਰ ਚਾਹੀਦਾ, ਵੱਡੇ ਘਰ ਤੋਂ ਬਾਅਦ ਫੇਰ ਹੁਣ ਅੱਗੇ ਹੋਰ ਇੱਕ ਘਰ ਚਾਹੀਦਾ। ਗੁਰੂ ਪਾਤਸ਼ਾਹ ਕਹਿੰਦੇ ਕਦੇ ਵੀ ਬੰਦੇ ਦੀਆਂ ਮੰਗਾਂ ਨਹੀਂ ਪੂਰੀਆਂ ਹੋ ਸਕਦੀਆਂ ਜਿੰਨਾ ਚਿਰ ਬੰਦੇ ਦੇ ਸਵਾਸ ਚੱਲਦੇ ਆ। ਮੰਗ ਤੋਂ ਮੰਗ ਅੱਗੇ ਚੱਲਦੀ ਰਹਿੰਦੀ ਆ, ਵੱਧਦੀ ਰਹਿੰਦੀ ਆ। ਤੇ ਬਾਬਾ ਕਬੀਰ ਸਾਹਿਬ ਕਦੇ ਇਹੋ ਜਿਹੀ ਮੰਗ ਨਹੀਂ ਕਰਦੇ। ਕੋਈ ਬਹੁਤ ਵੱਡਾ ਮਸਲਾ ਨਹੀਂ ਹੁੰਦਾ ਜੇ ਕੋਈ ਮੰਗ ਮੰਗਣੀ ਹੋਵੇ ਤੇ ਕੋਈ ਚੱਜ ਦੀ ਮੰਗ ਮੰਗੀ ਦੀ ਆ ਰੱਬ ਦੇ ਕੋਲੋਂ, ਕਿ ਰੱਬ ਦੇ ਕੋਲ ਆ ਕੇ ਤੇ ਬਸ ਆਟੇ ਤੇ ਦਾਲ ਵਾਸਤੇ ਹੀ ਬੰਦਾ ਹੱਥ ਜੋੜ ਕੇ ਖਲੋਤਾ ਰਵੇ। ਕੋਈ ਬਹੁਤ ਵੱਡਾ ਮਸਲਾ ਸੀ ਬਾਬਾ ਕਬੀਰ ਸਾਹਿਬ ਦਾ ਜਿਹੜਾ ਹੱਲ ਨਹੀਂ ਹੋ ਸਕਦਾ। ਉਹਨਾਂ ਨਾਲੋਂ ਤਾਂ ਸਾਡੀਆਂ ਮੰਗਾਂ ਵੱਡੀਆਂ। ਜੇ ਆਪਾਂ ਇਸ ਪਾਸੇ ਨੂੰ ਵੇਖਣਾ ਹੋਵੇ ਤੇ ਸਾਡੀਆਂ ਤੇ ਕਿਤੇ ਮੰਗਾਂ ਵੱਡੀਆਂ ਹੁੰਦੀਆਂ। ਤੇ ਬਾਬਾ ਕਬੀਰ ਸਾਹਿਬ ਇੰਨੀ ਕੁ ਮੰਗ ਦੇ ਉੱਤੇ ਹੀ ਰੱਬ ਦੇ ਅੱਗੇ ਤਰਲੇ ਲਈ ਜਾਂਦੇ ਆ ਵੀ ਸੱਚੇ ਪਾਤਸ਼ਾਹ ਬਾਦਸ਼ਾਹ ਇੰਨਾ ਕੁ ਕੰਮ ਕਰ, ਆਹ ਰੋਟੀ ਦਾ ਮਸਲਾ ਹੱਲ ਕਰ, ਜਿਹੜਾ ਮਾਮੂਲੀ ਜਿਹਾ ਮਸਲਾ ਜਿਹਦੇ ਬਾਰੇ ਬਾਬਾ ਕਬੀਰ ਸਾਹਿਬ ਆਪ ਕਿਰਤੀ ਆ ਕੰਮ ਕਰਦੇ ਆ। ਤੇ ਕਿਰਤੀ ਬੰਦੇ ਦਾ ਇਹ ਮਸਲਾ ਬਹੁਤ ਛੇਤੀ ਹੱਲ ਹੋ ਜਾਂਦਾ, ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ। ਕਿਰਤੀ ਬੰਦਾ ਬਹੁਤ ਛੇਤੀ ਮਸਲਾ ਹੱਲ ਕਰ ਲੈਂਦਾ ਇਹ ਰੋਟੀ ਦਾ। ਰੋਟੀ ਹਰ ਇੱਕ ਬੰਦਾ ਖਾਂਦਾ, ਖਾ ਕੇ ਸੌਂਦਾ। ਪਰ ਗੁਰੂ ਪਾਤਸ਼ਾਹ ਕਹਿੰਦੇ ਆ ਪਿਆਰਿਆ, ਇਹ ਵੇਖ ਜਿਹੜੇ ਲੋਕਾਂ ਦੇ ਅੰਦਰ ਸਿਰਫ ਤ੍ਰਿਸ਼ਨਾ ਵਾ। ਹੁਣ ਜਿਸ ਵੇਲੇ ਬੰਦਾ ਚਲਾਣਾ ਕਰ ਜਾਏ ਨਾ, ਤੇ ਇੱਕ ਪੰਡਤ ਨੂੰ ਪੁੱਛੋ ਵੀ ਬੰਦਾ ਚਲਾਣਾ ਕਰ ਗਿਆ, ਸਾਨੂੰ ਕੀ ਕਰਨਾ ਚਾਹੀਦਾ? ਉਹ ਕਹਿੰਦਾ ਵੀ ਕਰਨਾ ਹੀ ਚਾਹੀਦਾ, ਬੰਦਾ ਤੇ ਚਲਾ ਗਿਆ। ਪਰ ਬੰਦੇ ਨੂੰ ਹੁਣ ਸੱਚਖੰਡ ਪਹੁੰਚਾਉਣ ਵਾਸਤੇ ਆ ਜਿਹੜੇ 365 ਲੱਗਦੇ ਆ ਨਾ ਦਿਨ, ਇੱਕ ਸਾਲ ਲੱਗਦਾ, ਉਹਨੂੰ ਪਹੁੰਚਾਉਣ ਵਾਸਤੇ ਹੁਣ ਬਾਕੀ ਆ ਬਹੁਤ ਕੁਛ ਕਰਨਾ ਪਏਗਾ। ਪੁੱਛੋ ਵੀ ਕੀ ਕਰਨਾ ਪਏਗਾ? ਉਹ ਕਹਿੰਦਾ ਵੀ ਇੱਕ ਤੇ ਬਾਪੂ ਨੂੰ ਪਹੁੰਚਾਉਣ ਵਾਸਤੇ ਇੱਕ ਗਊ ਦਾਨ ਕਰਨੀ ਪਏਗੀ, ਸੱਜਰ ਸੂਈ ਹੋਵੇ। ਕਿਉਂਕਿ ਜਿਹੜਾ ਬੰਦਾ ਦੁਨੀਆ ਤੋਂ ਚਲਾ ਗਿਆ, ਉਹਨੇ ਜਦੋਂ ਸੱਚਖੰਡ ਪਹੁੰਚਣਾ ਨਾ, ਉਸ ਵੇਲੇ ਇੱਕ ਰਾਹ ਦੇ ਵਿੱਚ ਨਦੀ ਆਏਗੀ,
ਤੇ ਉਹ ਨਦੀ ਜਿਹੜੀ ਆ ਖੂਨ ਪਾਕ ਦੀ ਨਦੀ ਆ। ਉਸ ਨਦੀ ਨੂੰ ਪਾਰ ਕਰਨ ਵਾਸਤੇ ਗਊ ਦੀ ਲੋੜ ਆ, ਨਹੀਂ ਤੇ ਬੰਦਾ ਪਾਰ ਨਹੀਂ ਹੋ ਸਕਦਾ। ਉਹਨੂੰ ਵੀ ਪਤਾ ਵੀ ਗਊ ਨੇ ਪਾਰ ਨਹੀਂ ਕਰਾਉਣਾ, ਪਰ ਉਹਦੇ ਅੰਦਰ ਕੀ ਆ, ਧਰਮ ਨਾਲ ਜੋੜ ਕੇ ਤੇ ਇੱਕ ਤ੍ਰਿਸ਼ਨਾ ਨੂੰ ਪੂਰਿਆਂ ਕਰਨਾ ਮੰਗਿਆ। ਫਿਰ ਹੁਣ ਅਗਲੀ ਮੰਗ ਇਹ ਆ ਵੀ ਇੱਕ ਤੇ ਤੇਲ ਦਾਨ ਕਰਨਾ ਪਏਗਾ ਤੇ ਦੀਵਾ ਜਗਾਉਣਾ ਪਏਗਾ, ਕਿਉਂਕਿ ਦਿਨੇ ਤੇ ਬੰਦਾ ਚੱਲ ਲੂ ਤੇ ਰਾਤ ਵੀ ਤੇ ਬੰਦੇ ਨੇ ਆਖਰਕਾਰ ਚੱਲਣਾ ਹੀ ਆ, ਉਹਦੇ ਵਾਸਤੇ ਚਾਨਣ ਤੇ ਚਾਹੀਦਾ ਹੀ ਆ। ਇਹ ਗੱਲਾਂ ਅੱਜ ਸਾਡੇ 'ਚ ਵੀ ਆ ਗਈਆਂ। ਉਸ ਤੋਂ ਬਾਅਦ ਫਿਰ ਆਖਰਕਾਰ ਜਿਹੜਾ ਬੰਦਾ ਦੁਨੀਆ ਤੋਂ ਚਲਾ ਗਿਆ, ਉਹਨੇ ਵੀ ਕਿਤੇ ਨਾ ਕਿਤੇ ਤੇ ਸੌਣਾ ਹੀ ਆ ਨਾ, ਮੰਜਾ ਵੀ ਇੱਕ ਦਾਨ ਕਰ ਦਿਓ। ਉਹ ਅੱਜ ਸਾਡੇ 'ਚ ਵੀ ਆ ਗਿਆ। ਇੱਕ ਹੁਣ ਬਾਅਦ ਦੇ ਵਿੱਚ ਬਿਸਤਰਾ ਦੇ ਦਿਓ। ਗੱਲ ਅਸਲ ਦੇ ਵਿੱਚ ਕੀ ਸੀ? ਗੱਲ ਤੇ ਬੰਦੇ ਨੇ ਆਪਣੀ ਮੰਗ ਪੂਰੀ ਕਰਨੀ ਆ ਤੇ ਜੋੜਦਾ ਬੰਦਾ ਧਰਮ ਦੇ ਨਾਲ ਆ। ਮੈਨੂੰ ਇੱਕ ਸਾਖੀ ਯਾਦ ਆ ਗਈ। ਇੱਕ ਬੜਾ ਵਿਦਵਾਨ ਹੈ, ਸਿਆਣਾ ਬੰਦਾ, ਉਹ ਧਾਰਮਿਕ ਸਥਾਨ ਤੇ ਬੈਠਾ ਸੀ, ਪੰਡਤ ਸੀ, ਤੇ ਆਖਰ ਸਿਆਲ ਦਾ ਦਿਨ ਆਇਆ ਤੇ ਘਰ ਵਾਲੀ ਨੇ ਆਖਿਆ ਵੀ ਆਪਣੇ ਘਰ ਦੇ ਵਿੱਚ ਤੇ ਰਜਾਈਆਂ ਹੀ ਨਹੀਂ, ਸਿਆਲ ਦਾ ਦਿਨ ਆ ਤੇ ਰਜਾਈ ਚਾਹੀਦੀ ਆ, ਆਖਰ ਗਰਮ ਕੱਪੜੇ ਚਾਹੀਦੇ ਆ। ਤੇ ਹੁਣ ਪੰਡਤ ਦਾ ਅਰਥ ਹੁੰਦਾ ਜਿਹੜਾ ਧਾਰਮਿਕ ਬੰਦਾ ਧਾਰਮਿਕ ਸਥਾਨ ਦੇ ਉੱਤੇ ਬੈਠਾ ਹੋਵੇ। ਕੋਈ ਜਾਤ ਨਹੀਂ ਹੁੰਦੀ, ਇਹ ਮਤ ਸੋਚਣਾ, ਕਿਉਂਕਿ ਕਈ ਵਾਰੀ ਆਪਾਂ ਜਾਤ ਨੂੰ ਪ੍ਰਮੋਟ ਕਰ ਦਿੰਦੇ ਆ। ਤੇ ਪੰਡਤ ਗੁਰਸਿੱਖ ਨੂੰ ਵੀ ਗੁਰੂ ਸਾਹਿਬ ਨੇ ਆਖਿਆ। ਪੰਡਤ ਜੀ ਕਹਿਣ ਲੱਗੇ ਘਰ ਵਾਲੀ ਨੂੰ ਵੀ ਚਲੋ ਆਪਾਂ ਰੂੰ ਦਾ ਵੀ ਇੰਤਜ਼ਾਮ ਕਰ ਲੈਨੇ ਆ, ਕੋਈ ਨਾ ਕੋਈ ਪ੍ਰੋਗਰਾਮ ਤੇ ਆਵੇ। 2 ਕੁ ਦਿਨ ਪਏ ਤੇ ਕਿਸੇ ਦਾ ਵਿਆਹ ਸੀ। ਉਹਨਾਂ ਨੇ ਆ ਕੇ ਆਖਿਆ ਵੀ ਪੰਡਤ ਜੀ ਬੱਚੀ ਦਾ ਵਿਆਹ ਕਰਨਾ, ਤੇ ਵੇਖੋ ਜਰਾ ਆਪਣੇ ਕਾਗਜ਼ ਪੱਤਰ ਫੋਲੋ, ਪੱਤਰੀ ਫੋਲ ਕੇ ਦੱਸੋ ਸਾਨੂੰ ਵੀ ਕਿਹੜਾ ਦਿਨ ਚੰਗਾ ਤੇ ਕਿਹੜਾ ਮਾੜਾ। ਪੰਡਤ ਜੀ ਨੇ ਵੇਖਿਆ, ਕਹਿਣ ਲੱਗੇ ਵੀ ਬਾਕੀ ਤੇ ਸਾਰਾ ਕੁਝ ਠੀਕ ਆ, ਗ੍ਰਹਿ ਵੀ ਠੀਕ ਚੱਲ ਰਹੇ ਆ, ਵਿਆਹ ਵੀ ਵਧੀਆ ਹੋ ਸਕਦਾ, ਬੜਾ ਚੰਗਾ ਸਮਾਂ, ਪਰ ਇੱਕ ਮੁਸ਼ਕਿਲ ਆ ਵੀ ਕਪਾਹ ਦੇਵਤਾ ਥੋੜਾ ਨਾਰਾਜ਼ ਆ ਤੁਹਾਡੇ ਤੇ। ਉਹ ਕਹਿਣ ਲੱਗੇ ਵੀ ਚਲੋ ਇਹਨੂੰ ਵੀ ਆਪਾਂ ਖੁਸ਼ ਕਰ ਲੈਨੇ ਆ, ਕੋਈ ਤਰੀਕਾ ਹੋਵੇਗਾ। ਉਹ ਕਹਿਣ ਲੱਗਾ ਕਪਾਹ ਦੇਵਤੇ ਨੂੰ ਖੁਸ਼ ਕਰਨ ਵਾਸਤੇ ਕੋਈ ਇੱਕ ਤਰੀਕਾ ਵੀ ਜਦੋਂ ਆਪਾਂ ਲਾਵਾਂ ਕਰਨੀਆਂ ਉਦੋਂ 4 ਕੁ ਪੰਡਾਂ ਰੂੰ ਦੀਆਂ ਲਿਆ ਕੇ ਤੇ ਆਲੇ ਦੁਆਲੇ ਰੱਖ ਦਿਓ। ਕਹਿਣ ਲੱਗੇ ਵੀ ਚਲੋ ਇਹ ਵੀ ਠੀਕ ਆ। ਹੁਣ ਜਿਸ ਵੇਲੇ 4 ਕੁ ਪੰਡਾਂ ਰੂੰ ਦੀਆਂ ਰੱਖੀਆਂ, ਮਸਲਾ ਤੇ ਸਿਰਫ ਰਜਾਈਆਂ ਭਰਾਉਣ ਦਾ ਸੀ, ਹੋਰ ਮਸਲਾ ਕੀ ਸੀ? ਤੇ ਜੇ ਆਪਾਂ ਕਿਸੇ ਨੂੰ ਸਿੱਧਾ ਆਖੀਏ ਵੀ ਲਿਆ ਰੂੰ ਦੇਰ 4 ਰਜਾਈਆਂ ਭਰਾਉਣੀਆਂ, ਦਿੰਦਾ ਕੋਈ? ਤੇ ਜੇ ਕਿਸੇ ਨੂੰ ਕਹੋ ਵੀ ਸਾਨੂੰ ਆ ਧਰਮ ਦੇ ਨਾਂ ਤੇ ਚਾਹੀਦੀਆਂ, ਤੁਹਾਡਾ ਤੇ ਬਾਪੂ ਡੀਕਦਾ ਰਜਾਈ ਤੇ ਮੰਜਾ, ਅਗਲਾ ਬੰਦਾ ਬੜੀ ਛੇਤੀ ਦਿੰਦਾ ਵੀ ਬਾਪੂ ਨੂੰ ਨਾ ਰਜਾਈ ਤੇ ਨਾ ਮੰਜਾ, ਨਾ ਉਹਦੇ ਕੋਲ ਕੋਈ ਭਾਂਡਾ ਛੰਨਾ, ਬਾਪੂ ਨੂੰ ਤੇ ਚਾਹੀਦਾ ਹੀ ਆ ਨਾ। ਹੁਣ ਬਾਪੂ ਦੇ ਨਾਂ ਤੇ ਦਿੱਤਾ ਜਾ ਸਕਦਾ, ਸਿੱਧਾ ਨਹੀਂ ਕਿਸੇ ਨੂੰ ਦਿੱਤਾ ਜਾ ਸਕਦਾ, ਕਿਉਂਕਿ ਧਰਮ ਦੀ ਆੜ ਲੈ ਕੇ ਧਨ ਲੈਣਾ ਬਹੁਤ ਸੌਖਾ ਰਸਤਾ ਵਾਈ, ਸਿੱਧਾ ਕਿਸੇ ਦੇ ਕੋਲੋਂ ਨਹੀਂ ਲਿਆ ਜਾ ਸਕਦਾ। ਜੇ ਧਰਮ ਦੇ ਨਾਂ ਦੇ ਉੱਤੇ ਕੋਈ ਚੀਜ਼ ਲੈਣੀ ਹੋਵੇ ਨਾ, ਤੇ ਭਾਵੇਂ ਲੋਕਾਂ ਦੇ ਕੋਲੋਂ ਸੋਨਾ ਲਈ ਚਲੋ, ਚਾਂਦੀ ਲਈ ਚਲੋ, ਉੱਦਾਂ ਜੇ ਕਿਸੇ ਨੇ ਇਲਾਜ ਕਰਾਉਣਾ ਹੋਵੇ ਤੇ ਬੰਦਾ ਬਿਮਾਰੀ ਦਾ ਇਲਾਜ ਕਰਾਉਣ ਵਾਸਤੇ ਦੁੱਕਾ ਨਹੀਂ ਦਿੰਦਾ ਕਿਸੇ ਨੂੰ ਵੀ ਆ ਤੂੰ ਇਲਾਜ ਕਰਵਾ ਲਾ। ਹੁਣ ਜਿਸ ਵੇਲੇ 4 ਕੁ ਪੰਡਾਂ ਰੱਖੀਆਂ ਤੇ ਮੁੰਡੇ ਵਾਲੇ ਆਏ, ਬਰਾਤ ਆਈ, ਉਹਨਾਂ ਦੇ ਵਿੱਚ ਵੀ ਇੱਕ ਪੰਡਤ ਆਣ ਟੱਕਰਿਆ। ਉਹਨੇ ਵੇਖਿਆ ਵੀ ਇਹ 4 ਕੁ ਪੰਡਾਂ ਰੂੰ ਦੀਆਂ ਪਈਆਂ, ਇਹਦਾ ਕੀ ਕਾਰਨ ਹੈ? ਉਹਨੇ ਜਦੋਂ ਪੰਡਤ ਜੀ ਨੂੰ ਪੁੱਛਿਆ ਵੀ ਇਹਦਾ ਕੀ ਕਾਰਨ ਆ, ਕੁੜੀ ਵਾਲਿਆਂ ਨੂੰ ਪੁੱਛਿਆ, ਉਹ ਕਹਿਣ ਲੱਗੇ ਵੀ ਕਪਾਹ ਦੇਵਤਾ ਬੜਾ ਨਾਰਾਜ਼ ਆ, ਇਹਨੂੰ ਖੁਸ਼ ਕਰਨਾ। ਹੁਣ ਉਹ ਬੰਦਾ ਸਿਆਣਾ ਸੀ, ਧਰਮ ਨੂੰ ਸਮਝਦਾ ਸੀ, ਉਹਨੇ ਸਮਝਿਆ ਵੀ ਇਹ ਗੱਲ ਅਸਲ ਦੇ ਵਿੱਚ ਇਹ ਨਹੀਂ ਗੀ, ਗੱਲ ਕੋਈ ਹੋ ਰਿਹਾ। ਉਹ ਪੰਡਤ ਨੂੰ ਪੁੱਛਣ ਲੱਗਾ ਵੀ ਇਹ ਕੀ ਕਾਰਨ ਆ, ਤੂੰ 4 ਪੰਡਾਂ ਰੂੰ ਦੀਆਂ ਕਿਉਂ ਰਖਾ ਕੇ ਬੈਠਾ? ਉਹਨੇ ਆਪਣੀ ਬੋਲੀ 'ਚ ਗੱਲ ਕੀਤੀ। ਉਹ ਕਹਿਣ ਲੱਗਾ ਜੇ ਕਿਉਂ ਰੱਖੀਆਂ 4 ਕੁੰਟੰ ਕਪਾਹੰ, ਇਹ ਕਪਾਹ ਦੀਆਂ 4 ਪੰਡਾਂ ਕਿਉਂ ਰੱਖੀਆਂ ਹੀ ਭਲਿਆ? ਉਹ ਕਹਿਣ ਲੱਗਾ ਚੁੱਪੰ ਗੁੜਪੰ ਅਰਧੋ ਅਰਧੰ, ਚੁੱਪ ਕਰ ਤੂੰ, ਅੱਧੀ ਅੱਧੀ ਕਰ ਲਾਂਗੇ, ਐਵੇਂ ਨਾ ਰੌਲਾ ਪਾ, ਇੱਥੇ ਸਾਰੇ ਬੈਠੇ ਆ, ਵੰਡਣੀ ਆ ਚੀਜ਼ ਧਰਮ ਦੇ ਨਾਂ ਤੇ, ਅੱਧੀ ਅੱਧੀ ਕਰ ਲਾਂਗੇ, ਵੰਡ ਲਾਂਗੇ, ਆਹ ਮਸਲਾ ਵਾ ਬਸ।
ਹੁਣ ਗੁਰੂ ਪਾਤਸ਼ਾਹ ਕਹਿੰਦੇ ਆ ਵੀ ਜਦੋਂ ਆਹ ਮਸਲਾ ਜਿਹੜਾ ਸਮਝ ਦੇ ਵਿੱਚ ਆ ਜੇ ਨਾ ਵੀ ਗੱਲ ਅਸਲ ਦੇ ਵਿੱਚ ਕੀ ਆ, ਬੰਦੇ ਦਾ ਕੇਂਦਰ ਬਿੰਦੂ ਕੀ ਆ ਤੇ ਭਗਤੀ ਦਾ ਐਂਗਲ ਕੀ ਆ, ਉਦੋਂ ਧਰਮ ਬੰਦਾ ਕਮਾ ਲੈਂਦਾ। ਤੇ ਜਦੋਂ ਸਿਰਫ ਮਸਲਾ ਮੰਗ ਤੱਕ ਰਹਿ ਜਾਏ, ਤ੍ਰਿਸ਼ਨਾ ਤੱਕ ਰਹਿ ਜਾਏ, ਬੰਦਾ ਗੁਰਦੁਆਰੇ 'ਚ ਬੈਠਾ ਹੋਵੇ ਤੇ ਮੰਗ ਇਹ ਹੋਵੇ ਵੀ ਆਪਾਂ ਕਿਹੜੇ ਢੰਗ ਦੇ ਨਾਲ ਬਿਸਤਰਾ ਲਈਏ ਅਗਲੇ ਦੇ ਕੋਲ, ਕਿਹੜੇ ਢੰਗ ਨਾਲ ਮੰਜਾ ਲਿਆ ਜਾਏ, ਕਿਹੜੇ ਢੰਗ ਦੇ ਨਾਲ ਰੁਪਈਏ ਲਏ ਜਾਣ, ਕਿਹੜੇ ਢੰਗ ਦੇ ਨਾਲ ਧਨ ਲਿਆ ਜਾਵੇ, ਤੇ ਫਿਰ ਅਸਲ ਦੇ ਵਿੱਚ ਸਮਝ ਲੈਣਾ ਬੰਦਾ ਬੰਦਗੀ ਵਾਲੇ ਪਾਸੇ ਨਹੀਂ ਤੁਰਿਆ, ਬੰਦੇ ਦੀ ਅੰਦਰ ਤ੍ਰਿਸ਼ਨਾ ਤੇ ਮੰਗ ਹੋ ਰਿਹਾ, ਕੇਂਦਰ ਬਿੰਦੂ ਕੋਈ ਹੋ ਰਿਹਾ। ਭਾਵੇਂ ਸਾਰੀ ਜ਼ਿੰਦਗੀ ਇੱਦਾਂ ਬੈਠਾ ਰਵੇ, ਕਿਸੇ ਧਾਰਮਿਕ ਸਥਾਨ ਤੇ ਗੁਰਦੁਆਰੇ ਬੈਠਾ ਰਵੇ, ਮੰਦਿਰ 'ਚ ਬੈਠਾ ਰਵੇ, ਮਸਜਿਦ 'ਚ ਬੈਠਾ ਰਵੇ, ਕਦੇ ਪਾਰ ਉਤਾਰਾ ਹੋ ਹੀ ਨਹੀਂ ਸਕਦਾ ਬੰਦੇ ਦਾ। ਜੇ ਹੋ ਜੇ ਤੇ ਤਾਂ ਦੱਸਿਓ ਵੀ ਬੰਦਾ ਪਾਰ ਲੰਘ ਗਿਆ, ਕਿਉਂਕਿ ਟਿਕਿਆ ਕਿੱਥੇ ਆ ਬੰਦਾ, ਸੋਚ ਕਿੱਥੇ ਆ ਬੰਦੇ ਦੀ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਆ ਵੀ ਬੰਦਿਆ ਇਸ ਗੱਲ ਦਾ ਖਿਆਲ ਰੱਖ, ਮੈਂ ਵਿਚਾਰ ਕਰ ਰਿਹਾ ਵਾਂ, ਆਪਾਂ ਸਾਰੇ ਵਿਚਾਰ ਦੇ ਨਾਲ ਜੁੜੇ ਹਾਂ, ਤੇ ਜੇ ਕਥਾ ਕਰਦਿਆਂ ਹੋਇਆਂ, ਵਿਚਾਰ ਕਰਦਿਆਂ ਹੋਇਆਂ ਮੰਗ ਸਿਰਫ ਇਹ ਹੋਵੇ ਵੀ ਇੱਥੇ ਕਿੰਨੇ ਪਾਉਂਡ ਆਏ ਆ, ਤੇ ਸਮਝ ਲੈਣਾ ਕਥਾ ਨਹੀਂ ਕਿ ਇਹ ਵਿਚਾਰ ਨਹੀਂ, ਕਿਉਂਕਿ ਕੇਂਦਰ ਬਿੰਦੂ ਕੁਛ ਹੋ ਰਿਹਾ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕੁਛ ਹੋ ਰਿਹਾ। ਬਸ ਆਹੀ ਗੱਲ ਆ, ਧਰਮ ਦੇ ਨਾਂ ਦੇ ਉੱਤੇ ਬਹੁਤ ਝੰਜੜ ਪਈ ਆ, ਤੇ ਆਪਾਂ ਸੋਚਦੇ ਹਾਂ ਵੀ ਜਿੱਥੋਂ ਕੁ ਤੱਕ ਆਪਾਂ ਸੋਚ ਕੇ ਬੈਠੇ ਹਾਂ, ਜਿੱਥੋਂ ਕੁ ਤੱਕ ਸਾਡਾ ਨਜ਼ਰੀਆ, ਜਿੱਥੋਂ ਕੁ ਤੱਕ ਸਾਡੀ ਬੁੱਧੀ ਆ, ਉੱਥੋਂ ਕੁ ਤੱਕ ਆਪਾਂ ਬਾਬਾ ਕਬੀਰ ਸਾਹਿਬ ਦੀ ਸਮਝ ਬੈਠੇ ਹਾਂ ਵੀ ਵੇਖੋ ਜਿਵੇਂ ਸਾਡੀ ਮੰਗ ਆ ਇਸੇ ਤਰ੍ਹਾਂ ਹੀ ਤੇ ਬਾਬਾ ਕਬੀਰ ਸਾਹਿਬ ਦੀ ਮੰਗ, ਫਿਰ ਸਾਡੇ 'ਚ ਤੇ ਬਾਬਾ ਕਬੀਰ ਸਾਹਿਬ ਦੇ ਵਿੱਚ ਫਰਕ ਕੀ ਆ, ਫਿਰ ਧਰਮ ਦੇ ਵਿੱਚ ਤੇ ਤ੍ਰਿਸ਼ਨਾ ਦੇ ਵਿੱਚ ਕੀ ਫਰਕ ਆ ਸਾਧ ਸੰਗਤ। ਇਸੇ ਕਰਕੇ ਫਰਕ ਸਮਝਣੇ ਪੈਣਗੇ ਵੀ ਗੁਰਬਾਣੀ ਕੀ ਕਹਿੰਦੀ ਆ। ਗੁਰਬਾਣੀ ਦੀ ਗੱਲ ਬਹੁਤ ਦੂਰ ਆ ਤੇ ਆਪਾਂ ਬਹੁਤ ਉਲਝਣਾਂ ਦੇ ਵਿੱਚ ਫਸੇ ਆ, ਸਾਡਾ ਪੱਖ ਹੋ ਰਿਹਾ ਤੇ ਗੁਰਬਾਣੀ ਕੋਈ ਹੋਰ ਪੱਖ ਪੇਸ਼ ਕਰਦੀ ਆ। ਗੁਰੂ ਕਿਰਪਾ ਕਰੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਜਿੱਥੇ ਆਈ ਆ ਬੰਦਗੀ ਦੀ ਗੱਲ, ਉੱਥੇ ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਸਰੀਰ ਦੇ ਉੱਤੇ ਆਰਾ ਰੱਖ ਕੇ ਤਨ ਚਰਵਾ ਸਕਦਾ, ਪਰ ਬਾਬਾ ਮੈਂ ਤੇਰਾ ਦਰ ਨਹੀਂ ਛੱਡ ਸਕਦਾ। ਜਿੱਥੇ ਗੱਲ ਸਿਧਾਂਤ ਦੀ ਆ, ਉੱਥੇ ਮੈਂ ਕਿਸੇ ਦੇ ਨਾਲ ਸਹਿਮਤ ਨਹੀਂ ਹੋ ਸਕਦਾ, ਉੱਥੇ ਮੈਂ ਕਿਸੇ ਦੇ ਨਾਲ ਇਹ ਨਹੀਂ ਵੀ ਸਿਧਾਂਤ ਨੂੰ ਛੱਡ ਸਕਦਾ, ਕਿਉਂਕਿ ਜਿੱਥੇ ਗੱਲ ਭਗਤੀ ਦੀ ਆਏਗੀ, ਜਿੱਥੇ ਗੱਲ ਗੁਰੂ ਨੂੰ ਮੰਨਣ ਦੀ ਆਏਗੀ, ਗੁਰੂ ਦੀ ਗੱਲ ਮੰਨਣ ਦੀ ਆਏਗੀ, ਉਥੋਂ ਮੈਂ ਇੱਕ ਵੀ ਪੈਰ ਪਿੱਛੇ ਨਹੀਂ ਹਟਾਵਾਂਗਾ। ਗੁਰੂ ਕਿਰਪਾ ਕਰੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਇਹ ਸ਼ਬਦ ਨੂੰ ਫਿਰ 2-4 ਵਾਰੀ ਕਿਤੇ ਪੜ੍ਹ ਲਿਓ ਤੇ ਬਿਲਕੁਲ ਬਾਬਾ ਕਬੀਰ ਸਾਹਿਬ ਨੂੰ ਉਸ ਕਤਾਰ ਦੇ ਵਿੱਚ ਨਾ ਖੜਾ ਕਰਨਾ ਜਿਸ ਕਤਾਰ ਦੇ ਵਿੱਚ ਆਪਾਂ ਖਲੋਤੇ ਹਾਂ ਵੀ ਸਾਡੇ ਮਸਲੇ ਨਹੀਂ ਹੱਲ ਹੋ ਰਹੇ, ਤੇ ਸ਼ਾਇਦ ਬਾਬਾ ਕਬੀਰ ਸਾਹਿਬ ਵੀ ਫਸੇ ਪਏ ਆ, ਉਹ ਵੀ ਤੇ ਰੋਟੀ ਦੇ ਦਿਵਾਲੀ ਤੁਰੇ ਫਿਰਦੇ ਆ, ਉਹ ਵੀ ਤੇ ਦਾਲ ਤੱਕ ਤੇ ਆਟੇ ਤੱਕ ਸੀਮਤ ਆ। ਇੱਦਾਂ ਦੀ ਕੋਈ ਗੱਲ ਨਹੀਂ ਸਾਧ ਸੰਗਤ। ਬਾਬਾ ਕਬੀਰ ਸਾਹਿਬ ਦੀ ਪਹਿਲੀ ਪੰਕਤੀ ਸਮਝ ਦੇ ਵਿੱਚ ਆ ਜਾਏ ਤੇ ਇਹ ਸ਼ਬਦ ਜਿਹੜਾ ਸਮਝ ਦੇ ਵਿੱਚ ਆ ਸਕਦਾ, ਭੁੱਖੇ ਭਗਤ ਨਾ ਕੀਜੇ ਹੇ ਤਰਸਾਲੂ ਬੰਦੇ, ਜਿੱਦਾਂ ਦੀ ਤੂੰ ਭਗਤੀ ਕਰ ਰਿਹਾ ਇਹ ਭਗਤੀ ਨਹੀਂ ਪਿਆਰਿਆ। ਅਸਲ ਦੇ ਵਿੱਚ ਇਹ ਭਗਤੀ ਤੂੰ ਆਪਣੇ ਕੋਲ ਰੱਖ, ਮੈਂ ਇਸ ਭਗਤੀ ਦੇ ਨਾਲ ਸਹਿਮਤ ਨਹੀਂ। ਜਿਹੜੀ ਮੈਂ ਭਗਤੀ ਕਰ ਰਿਹਾ ਇਹ ਭਗਤੀ ਹੋ ਰਿਹਾ ਤੇ ਤੇਰੀ ਭਗਤੀ ਹੋ ਰਿਹਾ, ਤੇਰੀ ਭਗਤੀ ਦੇ ਵਿੱਚ ਤ੍ਰਿਸ਼ਨਾ ਝਲਕਦੀ ਆ ਤੇ ਮੇਰੀ ਭਗਤੀ ਜਿਹੜੀ ਆ ਇਹ ਗੁਰੂ ਨੂੰ ਪੂਰਨ ਤੌਰ ਦੇ ਉੱਤੇ ਸਮਰਪਿਤ ਆ। ਮੈਂ ਗੁਰੂ ਨੂੰ ਸਮਰਪਿਤ ਆ। ਮੇਰਾ ਤੇ ਬਿਨਾਂ ਰਜਾਈ ਤੋਂ ਵੀ ਸਰਦਾ, ਮੈਂ ਤੇ ਬਿਨਾਂ ਭੁੱਖ ਤੋਂ ਵੀ ਪਰਮਾਤਮਾ ਦੀ ਭਗਤੀ ਕਰ ਸਕਦਾ ਵਾਂ। ਮੈਂ ਤੇ ਜ਼ਮੀਨ ਦੇ ਉੱਤੇ ਵੀ ਸੌਂ ਕੇ ਖੁਸ਼ ਹਾਂ, ਕਿਉਂਕਿ ਜੇ ਜ਼ਮੀਨ ਤੇ ਵੀ ਸੌਣਾ ਪਵੇ ਤੇ ਤਾਂ ਵੀ ਤੇਰਾ ਸ਼ੁਕਰਾਨਾ ਹੀ। ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਪੜ੍ਹ ਲਿਓ, ਕਿਉਂਕਿ ਜਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਦੇ ਜੰਗਲਾਂ 'ਚ ਗਏ ਸੀ ਤੇ ਮਹਾਰਾਜ ਦੇ ਕੋਲ ਕਿਹੜਾ ਮੰਜਾ ਤੇ ਕਿਹੜੀ ਰਜਾਈ ਤੇ ਤਲਾਈ ਸੀ, ਜ਼ਮੀਨ ਦੇ ਉੱਤੇ ਸੁੱਤੇ ਤੇ ਤਾਂ ਵੀ ਕਹਿੰਦੇ ਸਨ ਹੇ ਪ੍ਰਮਾਤਮਾ ਤੇਰਾ ਸ਼ੁਕਰਿਆ। ਤੇ ਗੁਰਬਾਣੀ ਇਹੀ ਕੁਛ ਸਿਖਾਉਂਦੀ ਆ। ਬਾਕੀ ਧਰਮ ਦੇ ਨਾਂ ਤੇ ਬਹੁਤ ਕੁਛ ਆ ਜੋ ਸਾਡੇ ਧਰਮ ਦੇ ਵਿੱਚ ਨਹੀਂ, ਆਪਾਂ ਤੇ ਉਹ ਵੀ ਕਰੀ ਜਾਂਦੇ ਆ। ਉਹਦਾ ਕਾਰਨ ਆ ਵੀ ਗੁਰਬਾਣੀ ਦਾ ਸਿਧਾਂਤ ਸਾਡੀ ਸਮਝ ਦੇ ਵਿੱਚ
नहीं आ रहा। गुरु किरपा करी होइयां भुलां दी खिमा। वाहिगुरू जी का खालसा वाहिगुरू जी की फतेह।